श्री वाहिगुरु। आए अनक जन्म भरम शरणी, उदर दे अंधकूप ते लावो अपने चरणी। ज्ञान ध्यान किस कर्म न जाना, नाहि न निर्मल करनी। साध संगत कै अंचल लावो, बिखम नदी जाय तरनी। सुख संपत माया रस मीठे, ए ना मन में धरनी। हर दर्शन तृप्त नानक दास पावत, हर नाम रंग अपरनी। लेखे विच लालो जी जन्म तुम्हारे लेखे, लेखे विच लालो जन्म तुम्हारे लेखे। लेखे विच लालो जी जन्म तुम्हारे लेखे, लेखे विच लालो जन्म तुम्हारे लेखे। जन्म तुम्हारे लेखे, जन्म तुम्हारे लेखे, जन्म तुम्हारे लेखे, जन्म तुम्हारे लेखे। लेखे विच लालो जन्म तुम्हारे लेखे, लेखे विच लालो जी जन्म तुम्हारे लेखे। हम सर दीन दयाल न तुम सर, अब पत्यार क्या कीजै। बचनी तोर मोर मन मानै, जन को पूरन दीजै। हों बल बल जाऊं रमैया कारणे, कारण कवन अबोल। बहुत जन्म बिछरे थे माधो, ये जन्म तुम्हारे लेखे।
ਕਹਿ ਰਵਿਦਾਸ ਆਸ ਲਗ ਜੀਵਾ, ਚਿਰ ਭਇਓ ਦਰਸ਼ਨ ਦੇਖੇ। ਇਹੋ ਜਨਮ ਤੁਮਾਰੇ ਲੇਖੇ, ਲੇਖੇ ਵਿੱਚ ਲਾ ਲਈ ਵਾਹਿਗੁਰੂ। ਜਨਮ ਤੁਮਾਰੇ ਲੇਖੇ, ਲੇਖੇ ਵਿੱਚ ਲਾ ਲਈ ਵਾਹਿਗੁਰੂ। ਜਨਮ ਤੁਮਾਰੇ ਲੇਖੇ, ਲੇਖੇ ਵਿੱਚ ਲਾ ਲਈ। ਇਹੋ ਜਨਮ ਤੁਮਾਰੇ ਲੇਖੇ, ਲੇਖੇ ਵਿੱਚ ਲਾ ਲਈ ਵਾਹਿਗੁਰੂ। ਲੇਖੇ ਵਿੱਚ ਜੀ ਲਾ ਲਈ ਵਾਹਿਗੁਰੂ। ਲੇਖੇ ਵਿੱਚ ਜੀ ਲਾ ਲਈ ਵਾਹਿਗੁਰੂ। ਇਹੋ ਜਨਮ ਤੁਮਾਰੇ ਲੇਖੇ, ਲੇਖੇ ਵਿੱਚ ਲਾ ਲਈ ਵਾਹਿਗੁਰੂ। ਇਹੋ ਜਨਮ ਤੁਮਾਰੇ ਲੇਖੇ, ਲੇਖੇ ਵਿੱਚ ਲਾ ਲਈ ਵਾਹਿਗੁਰੂ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਕੁਝ ਸਮੇਂ ਤੋਂ ਦੁਨਿਆਵੀ ਕੰਮਾਂ ਕਾਰਾਂ ਵਿਹਾਰਾਂ ਨੂੰ ਛੱਡ ਕੇ ਗੁਰੂ ਚਰਨਾਂ ਦਾ ਪ੍ਰੇਮ ਸ਼ਰਧਾ ਲੈ ਕੇ ਦੋ ਜਹਾਨ ਵਾਲੀ ਕਲਯੁਗੀ ਜੀਵਾਂ ਦੇ ਉਧਾਰ ਕਰਤਾ, ਕਿਰਪਾ ਦੇ ਸਾਗਰ, ਦਇਆ ਦੇ ਸਮੁੰਦਰ, ਸ਼ਾਂਤੀ ਦੇ ਪ੍ਰਤੀਕ, ਰਾਜਿਆਂ ਦੇ ਮਹਾਰਾਜਾ, ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ ਸਤਿਗੁਰੂ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ,
ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿੱਚ ਕੁਝ ਸਮੇਂ ਤੋਂ ਗੁਰਬਾਣੀ ਦਾ ਨਿਰਵਾਣ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕਰਕੇ ਆਪਣੇ ਸਮੇਂ ਨੂੰ, ਜੀਵਨ ਦੀਆਂ ਘੜੀਆਂ ਨੂੰ ਸਫਲਾ ਔਰ ਪਵਿੱਤਰ ਕਰ ਰਹੇ ਹੋ। ਗੁਰੂ ਨੇ ਬੜੀ ਵੱਡੀ ਰਹਿਮਤ ਕੀਤੀ, ਮਿਹਰ ਕੀਤੀ ਹੈ। ਪਿੰਡ ਫੈਜ਼ਗੜ੍ਹ ਦੀ ਸੰਗਤ ਨੂੰ ਅਥਵਾ ਇਲਾਕਾ ਨਿਵਾਸੀ ਗੁਰਮੁਖਾਂ ਨੂੰ ਮਹਾਂਪੁਰਸ਼ਾਂ ਦੇ ਅਸਥਾਨ ਵੱਲੋਂ ਸ਼੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਅਲੌਰਾ ਸਾਹਿਬ ਵਾਲੇ ਮਹਾਂਪੁਰਸ਼, ਕੌਣ ਨਹੀਂ ਜਾਣਦਾ ਹੈ ਉਹਨਾਂ ਨੂੰ। ਤਕਰੀਬਨ ਇਸ ਇਲਾਕੇ ਤੇ ਬੜੀ ਵੱਡੀ ਕਿਰਪਾ ਹੈ, ਜਿਨ੍ਹਾਂ ਨੇ ਕਿਰਪਾ ਕਰਕੇ ਜਾਗ ਲਾਈ, ਪਖੰਡ ਤੋਂ ਹਟਾ ਕੇ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਨਾਲ ਜੋੜਿਆ। ਆਪਣੇ ਸਰੀਰ ਹੁੰਦਿਆਂ ਆਪ ਵੀ ਕੀਰਤਨ ਕਰਦੇ ਰਹੇ ਤੇ ਸਰੀਰ ਹੁੰਦਿਆਂ ਹੀ ਜਹੇਦਾਰ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਨੂੰ ਗੁਰੂ ਨਾਨਕ ਦਾ ਜਿਹੜਾ ਸੰਦੇਸ਼ ਹੈ, ਉਪਦੇਸ਼ ਹੈ, ਸਿੱਖਿਆ ਹੈ, ਉਹਨਾਂ ਦੀ ਵੀ ਡਿਊਟੀ ਲਾਈ। ਗੁਰੂ ਦੀ ਕਿਰਪਾ ਦਾ ਸਦਕਾ, ਮਹਾਂਪੁਰਸ਼ਾਂ ਦੀ ਕਿਰਪਾ ਦਾ ਸਦਕਾ ਅੱਜ ਆਪਣੀ ਡਿਊਟੀ ਨੂੰ ਬੜਾ ਬਾਖੂਬੀ ਨਿਭਾ ਰਹੇ ਹੈ। ਕੱਲਾ ਦੇਸ਼ ਵਿੱਚ ਵੀ ਨਹੀਂ, ਵੱਡੀਆਂ ਵੱਡੀਆਂ ਜਿੰਨੀਆਂ ਕੰਟਰੀਆਂ ਨੇ, ਉੱਥੇ ਜਾ ਕੇ ਵੀ ਜਿਹੜਾ ਗੁਰੂ ਨਾਨਕ ਦਾ ਸੰਦੇਸ਼ ਹੈ, ਗੁਰੂ ਵਾਲੇ ਬਣਨ ਦਾ, ਨਾਮ ਜਪਣ ਦਾ, ਵੰਡ ਛਕਣ ਦਾ, ਸਰਬੱਤ ਦਾ ਭਲਾ ਮੰਗਣ ਦਾ ਦਿਨ ਰਾਤ ਮਿਹਨਤ ਕਰ ਰਹੇ ਨੇ। ਬਸ ਇੱਛਾ ਮਨ ਦੀ ਇਹ ਹੀ ਹੈ, ਕੋਈ ਗੁਰੂ ਨਾਲ ਜੁੜ ਜਾਏ। ਗੁਰੂ ਦਾ ਇਤਿਹਾਸ, ਗੁਰੂ ਦੀ ਬਾਣੀ, ਗੁਰੂ ਦੀ ਵਿਚਾਰ ਜਿਹੜਾ ਮਨ ਨਾਲ ਸੁਣ ਲੈਂਦਾ, ਉਹਦਾ ਇੱਕ ਦਿਨ ਮਨ ਜ਼ਰੂਰ ਬਦਲ ਜਾਂਦਾ ਹੈ। ਸੰਗਤ ਇੱਕ ਸਕੂਲ ਹੈ। ਜਿਵੇਂ ਦੁਨਿਆਵੀ ਵਿਦਿਆ ਪੜ੍ਹਨ ਵਾਸਤੇ ਟੀਚਰ ਦੀ ਲੋੜ ਹੈ, ਸਕੂਲ ਦੀ ਲੋੜ ਹੈ, ਇਸੇ ਤਰ੍ਹਾਂ ਪਰਮਾਰਥ ਦਾ ਸਕੂਲ ਹੈ ਸਤ ਸੰਗਤ, ਜਿਹਦੇ ਵਿੱਚ ਆ ਕੇ ਆਪਣੇ ਜੀਵਨ ਦੀ ਜਾਂਚ ਸਿੱਖਣੀ ਹੈ ਵੀ ਇਨਸਾਨ ਦੇ ਆਉਣ ਦਾ ਪਰਮ ਪ੍ਰਯੋਜਨ ਕੀ ਹੈ। ਜਿਵੇਂ ਦੂਸਰੇ ਜੂਨਾਂ ਭੋਗ ਰਹੇ ਨੇ ਕਿ ਇਹ ਵੀ ਜੂਨ ਹੀ ਭੋਗਣ ਆਇਆ, ਕਿਉਂਕਿ 84 ਲੱਖ ਜੂਨ ਦੇ ਵਿੱਚੋਂ ਇਹ ਵੀ ਹੈ ਮਨੁੱਖਾ ਜਨਮ। ਪਰ ਸੱਚੇ ਪਾਤਸ਼ਾਹ ਨੇ ਇਹਨੂੰ ਸਰਦਾਰ ਬਣਾਇਆ। ਸਾਰੇ ਜੀਵ ਜਨਤਾ ਦੀ ਸਰਦਾਰੀ ਦਿੱਤੀ ਹੈ ਇਹਦੇ ਪਾਣੀਹਾਰ ਨੇ। ਇਸ ਧਰਤੀ ਪਰ ਤੇਰੀ ਸਿਕਦਾਰੀ, ਅਵਰ ਜੂਨ ਤੇਰੀ ਪਨਹਾਰੀ। ਜਿੰਨੀਆਂ ਵੀ ਜੂਨਾਂ ਨੇ ਸਾਰੀਆਂ ਪਾਣੀਹਾਰ ਨੇ ਇਹਦੀਆਂ, ਇਹਦੇ ਅਧੀਨ ਨੇ।
पर जे बंदियां वाले काम करे तां अधीन ने, तां सरदार है। ते जे इहदे च बंदियां वाले काम ही नहीं हन, फिर उन्हां नालों बहुत भैड़ा भी है। ਇਹਦੇ 'ਚ ਇੱਕ ਗੁਣ ਦੀ ਵਿਸ਼ੇਸ਼ਤਾ ਹੀ ਹੈ, ਤਾਂ ਇਹਨੂੰ ਬੰਦਾ ਕਹਿੰਦੇ। ਜਿੰਨੇ ਵੀ ਡੰਗਰ ਪਸ਼ੂ ਨੇ, ਆਪਾਂ ਕਦੇ ਉਹਨਾਂ ਦੇ ਕੋਲ ਖੜ ਕੇ ਬਚਨ ਨਹੀਂ ਕੀਤਾ ਵੀ ਸਮਝ ਜਾ, ਨਹੀਂ ਤਾਂ ਤੈਨੂੰ ਡੰਗਰ ਬਣਾ ਦਿਆਂਗੇ, ਉਹ ਤਾਂ ਹੈ ਹੀ ਡੰਗਰ। ਪਰ ਬੰਦੇ ਨੂੰ ਕਹਿਣਾ ਪੈਂਦਾ ਵੀ ਸਮਝ ਜਾ, ਨਹੀਂ ਤਾਂ ਫਿਰ ਬੰਦਾ ਬਣਾਉਣਾ ਆਉਂਦਾ ਸਾਨੂੰ। ਇਹਦਾ ਮਤਲਬ ਵੀ ਇਹ ਬੰਦਾ ਹੈ ਨਹੀਂ ਅਜੇ। ਤੇ ਬੰਦੇ ਦਾ ਗੁਣ ਕਿਹੜਾ ਹੁੰਦਾ ਹੈ ਜਿਹਦੇ ਕਰਕੇ ਇਹਨੂੰ ਬੰਦਾ ਕਿਹਾ ਜਾਂਦਾ ਹੈ? ਬਾਣੀ ਚ ਮਹਾਰਾਜ ਕਹਿੰਦੇ ਹੋਏ ਬੰਦਾ ਹੋਏ ਸੋ ਬੰਦਗੀ ਗਹਿ। ਬੰਦੇ ਬੰਦਗੀ ਇਖਤਿਆਰ ਕਰ, ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹੋ। ਬਸ ਇਸੇ ਕਰਕੇ ਬੰਦਾ ਕਹਿੰਦੇ ਵੀ ਤੂੰ ਗੁਰੂ ਦੀ ਸੰਗਤ ਵਿੱਚ ਆ ਸਕਦਾ ਹੈ, ਤੂੰ ਗੁਰੂ ਵਾਲਾ ਬਣ ਸਕਦਾ ਹੈ, ਤੂੰ ਸੇਵਾ ਕਰ ਸਕਦਾ ਹੈ, ਪਰਉਪਕਾਰ ਕਰ ਸਕਦਾ ਹੈ। ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਤੂੰ ਉਹਦੇ 'ਚ ਅਭੇਦ ਹੋ ਸਕਦਾ। ਜਦੋਂ ਇਹ ਮਨੁੱਖਾ ਜਨਮ ਹੱਥੋਂ ਲੰਘ ਜਾਏਗਾ, ਫਿਰ ਕੋਈ ਕਾਰਨ ਨਹੀਂ ਬਣੇਗਾ। ਕਾਂਸੀ ਦੇ ਵਿੱਚ ਭਗਤ ਕਬੀਰ ਜੀ ਰਹਿੰਦੇ ਐ। ਜਦ ਬਾਹਰ ਨਿਕਲਦੇ ਐ ਨਾ, ਜ਼ਿਮੀਂਦਾਰ ਦੀ ਮੋਟਰ ਤੇ ਇੱਕ ਸਾਧੂ ਰਹਿੰਦਾ ਹੈ। ਭੇਖ ਸਾਧੂਆਂ ਵਾਲਾ ਹੈ, ਪਰ ਸਾਧੂ ਗੁਣਾਂ ਨੂੰ ਕਹਿੰਦੇ ਨੇ, ਭੇਖ ਨੂੰ ਨਹੀਂ ਕਹਿੰਦੇ ਹਨ। ਸਾਧੂ ਵਾਲਾ ਭੇਖ ਤਾਂ ਕਈ ਵਾਰੀ ਚੋਰ ਵੀ ਪਾਈ ਫਿਰਦੇ, ਉਹਨਾਂ ਨੂੰ ਥੋੜਾ ਕਹਿ ਦਿਆਂਗੇ ਵੀ ਇਹ ਸਾਧੂ ਹੈ। ਸਾਧੂ ਕਰਮ ਦਾ ਨਾਮ ਹੈ। ਪੰਜਵੇਂ ਪਾਤਸ਼ਾਹ ਮਹਾਰਾਜ ਨੂੰ ਪੁੱਛਿਆ, ਮਹਾਰਾਜ ਸਾਧੂ ਕੌਣ ਹੈ? ਮਹਾਰਾਜ ਨੇ ਜਵਾਬ ਦਿੱਤਾ ਬਾਣੀ 'ਚ, ਸਾਧ ਨਾਮ ਨਿਰਮਲਤਾ ਕੇ ਕਰਮ। ਜਿਹਦੇ ਕਰਮ ਨਿਰਮਲ ਨੇ, ਜਿਹਦੇ ਕਰਮ ਚੰਗੇ ਨੇ, ਜਿਹੜਾ ਪਰਉਪਕਾਰ ਕਰਦਾ, ਨਾਮ ਜਪਦਾ, ਜਪਾਉਂਦਾ, ਦਾਨ ਦਿੰਦਾ, ਲੈਂਦਾ, ਵਿਦਿਆ ਪੜ੍ਹਦਾ, ਪੜ੍ਹਾਉਂਦਾ, ਜਿਹਦੇ 'ਚ ਇਹ ਗੁਣ ਨੇ, ਉਹ ਭਾਵੇਂ ਘਰ 'ਚ ਰਹਿੰਦਾ, ਗ੍ਰਸਤੀ ਹੈ, ਉਹ ਵੀ ਸਾਧੂ ਹੋ ਸਕਦਾ। ਭਾਵੇਂ ਗੁਰਦੁਆਰੇ ਰਹਿੰਦਾ, ਉਹ ਤਾਂ ਵੀ ਸਾਧੂ ਹੋ ਸਕਦਾ। ਤੇ ਜੇ ਗੁਣ ਨਹੀਂ, ਫਿਰ ਜਿੱਥੇ ਮਰਜ਼ੀ ਰਹੀਦਾ, ਭਾਵੇਂ ਗੁਰੂ ਦੇ ਕੋਲ ਬੈਠਾ ਰਹੇ, ਲੱਖ ਜਨਮ ਵੀ ਬੈਠਾ ਰਹੇ ਕੋਲ, ਤੇ ਗੱਲ ਨਾ ਸੁਣੇ ਗੁਰੂ ਦੀ, ਫਿਰ ਖੁਸ਼ੀ ਨਹੀਂ ਹੈ। ਖੁਸ਼ੀ ਉਦਣ ਹੋਣੀ ਹੈ ਜਦ ਇਹ ਗੱਲ ਗੁਰੂ ਦੀ ਮੰਨ ਲਏਗਾ, ਆਪਣੇ ਮਨ ਵਿੱਚ ਵਸਾ ਲਏਗਾ ਨਾ ਜਿਹੜੀ ਗੱਲ, ਉਦਣ ਇਹਦੇ ਤੇ ਖੁਸ਼ੀ ਹੋ ਜਾਣੀ ਹੈ। ਤੇ ਜੇ ਗੱਲ ਨਹੀਂ ਮੰਨਦਾ, ਸਾਰੀ ਉਮਰ ਰਿਹਾ ਵੀ ਤੇ ਕੀਤਾ ਵੀ ਕੱਖ ਨਾ, ਗੁਣ ਇੱਕ ਵੀ ਨਹੀਂ ਹੈ। ਮਹਾਰਾਜ ਕਹਿੰਦੇ ਤੂੰ ਤਾਂ ਉਹ ਚੀਜ਼ ਹੈ ਜਿਹੜਾ ਗਾਂ ਦੇ ਥਣਾਂ ਦੇ ਕੋਲ ਰਹਿ ਕੇ ਸਿਰਫ ਲਹੂ ਹੀ ਪੀਂਦਾ, ਦੁੱਧ ਨਹੀਂ ਪੀ ਸਕਦਾ। ਕਈਆਂ ਦੀ ਜ਼ਿੰਦਗੀ ਇਸ ਤਰ੍ਹਾਂ ਲੰਘ ਜਾਂਦੀ ਹੈ ਜਿਵੇਂ ਡੱਡੂ ਛੱਪੜ 'ਚ ਰਹਿੰਦਾ ਨਾ, ਉਸੇ ਛੱਪੜ ਜੀ ਕਮਲ ਦਾ ਫੁੱਲ ਵੀ ਹੈ, ਪਰ ਡੱਡੂ ਕਮਲ ਦੇ ਫੁੱਲ ਤੱਕ ਜਾ ਕੇ ਸੁਗੰਧੀ ਨਹੀਂ ਲੈਂਦਾ।
ਦੂਰੋਂ ਦੂਰੋਂ ਭੌਰੇ ਆ ਕੇ ਸੁਗੰਧੀ ਲੈ ਕੇ ਆਪਣਾ ਜੀਵਨ ਤ੍ਰਿਪਤ ਕਰ ਲੈਂਦੇ, ਪਰ ਉਹ ਵਿੱਚ ਰਹਿੰਦਾ ਹੀ ਖਾਲੀ ਰਹਿ ਜਾਂਦਾ। ਬਾਣੀ ਚ ਮਹਾਰਾਜ ਕਹਿੰਦੇ, ਦਾਦਰ ਡੱਡੂ ਨੂੰ ਕਹਿੰਦੇ, ਦਾਦਰ ਤੂੰ ਕਬਹਿ ਨਾ ਜਾਣ ਸਰੇ, ਭਗਤ ਸਬਾਲ ਬਸਸ ਨਿਰਮਲ ਜਲ, ਅੰਮ੍ਰਿਤ ਨਾ ਲਖਸਰੇ। ਕਹਿੰਦੇ ਤੈਨੂੰ ਕਦੇ ਨਹੀਂ ਪਤਾ ਲੱਗਿਆ ਵੀ ਇਹਦੇ ਚ ਕਮਲ ਦਾ ਫੁੱਲ ਹੈ, ਤੂੰ ਕਦੇ ਸੁਗੰਧੀ ਲੈ ਕੇ ਜੀਵਨ ਨਹੀਂ ਤ੍ਰਿਪਤ ਕੀਤਾ। ਜਾਂ ਫਿਰ ਨਦੀ ਦੇ ਕਿਨਾਰੇ ਬਹਿ ਕੇ ਪਿਆਸਾ ਮਰ ਜਾਏ। ਨਦੀ ਚੱਲਦੀ ਹੈ, ਉਹਦੇ ਕਿਨਾਰੇ ਤੇ ਬੈਠਾ ਪਰ ਬੁੱਕ ਭਰ ਕੇ ਪਾਣੀ ਦਾ ਨਹੀਂ ਪੀ ਸਕਦਾ। ਮਹਾਰਾਜ ਕਹਿੰਦੇ ਏਦੂ ਮਾੜੇ ਕਰਮ ਹੋਰ ਕੀ ਹੋ ਸਕਦੇ। ਸੰਗਤ ਰੂਪੀ ਨਦੀ ਚੱਲਦੀ ਹੋਵੇ ਸੇਵਾ ਦੀ, ਸਿਮਰਨ ਦੀ, ਤੇ ਬਾਹਰ ਆ ਕੇ ਖੜ ਕੇ ਬਾਹਰ ਉਦੋਂ ਹੀ ਬਾਹਰ ਹੀ ਚਲਾ ਜਾਏ, ਫਿਰ ਏਦੂ ਮਾੜੇ ਕਰਮ ਹੋਰ ਕਿਤੇ ਹੋਣਗੇ। ਇੱਥੇ ਜਿਹੜੇ ਆਏ ਹੋ ਨਾ, ਕਰਮ ਉੱਤਮ ਵਾਲੇ ਆਏ ਹੋ, ਜਿਨ੍ਹਾਂ ਦੇ ਬੜੇ ਵੱਡੇ ਭਾਗ ਨੇ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਜਿੰਨਾ ਚਿਰ ਸੰਗਤ ਵਿੱਚ ਨਹੀਂ ਆ ਕੇ ਬਹੇਗਾ, ਉਹਨਾਂ ਚਿਰ ਮੈਲ ਨਹੀਂ ਲਏਗੀ, ਪਤਾ ਹੀ ਨਹੀਂ ਲੱਗੇਗਾ। ਸਾਰੀ ਉਮਰ ਐਂ ਹੀ ਬਤੀਤ ਹੋ ਜਾਂਦੀ ਹੈ। ਮਾਨ ਸਰੋਵਰ ਦੇ ਕੋਲ ਰਹਿੰਦਾ ਹੈ, ਪਰ ਹੀਰੇ ਤੇ ਮੋਤੀ ਦੀ ਵਰਤੋਂ ਨਹੀਂ ਕਰ ਸਕਦਾ। ਜਿਹੜਾ ਹੰਸ ਹੁੰਦਾ ਨਾ, ਉਹਦੀ ਖੁਰਾਕ ਹੀਰੇ ਤੇ ਮੋਤੀ ਹੈ। ਮਾਨ ਸਰੋਵਰ ਤੇ ਰਹਿੰਦਾ ਹੈ। ਬਾਣੀ ਵਿੱਚ ਸੱਚੇ ਪਾਤਸ਼ਾਹ ਕਹਿੰਦੇ, ਸਰਵਰ ਹੰਸ ਧੁਰੈ ਹੀ ਮੇਲਾ, ਖਸਮੈ ਏਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ। ਬਗਲਾ ਕਾਗ ਨਾ ਰਹੀ ਸਰਵਰ, ਜੇ ਹੋਵੇ ਅਤ ਸਿਆਣਾ। ਕਾਂ ਤੇ ਬਗਲਾ ਜਿੰਨਾ ਮਰਜੀ ਸਿਆਣਾ ਹੋਵੇ, ਉਹ ਮਾਨ ਸਰੋਵਰ ਤੇ ਨਹੀਂ ਰਹਿ ਸਕਦਾ। ਸੱਚੇ ਪਾਤਸ਼ਾਹ ਨੂੰ ਪੁੱਛਿਆ, ਜੀ ਕਿਉਂ ਨਹੀਂ ਰਹਿ ਸਕਦਾ? ਮਹਾਰਾਜ ਕਹਿੰਦੇ ਖੁਰਾਕ ਨਹੀਂ ਹੈ ਉਹਦੀ। ਜਿੱਥੇ ਉਹਦੀ ਖੁਰਾਕ ਹੈ ਉੱਥੇ ਹੀ ਜਾਣਾ ਨਾ। ਇਨਸਾਨਾਂ ਦੇ ਵਿੱਚ ਵੀ ਇਹੋ ਜਿਹੇ ਬਿਰਤੀ ਦੇ ਬੜੇ ਲੋਕ ਨੇ, ਅੱਜ ਵੀ ਹੈ ਨੇ। ਕਈ ਉਹ ਨੇ ਜਿਹੜੇ ਮਾਨ ਸਰੋਵਰ ਤੇ ਆਏ ਨੇ। ਇਹ ਵੀ ਇੱਕ ਮਾਨ ਸਰੋਵਰ ਹੈ ਜਿੱਥੇ ਬੈਠੇ। ਇਹਦੇ ਵਿੱਚ ਵੀ ਹੀਰੇ ਮੋਤੀ ਨੇ ਜਿਹੜੇ ਚੁਗਣ ਵਾਸਤੇ ਆਏ ਆ। ਕਿਹੜੇ ਹੀਰੇ ਮੋਤੀ ਹੈ? ਆਨੰਦ ਸਾਹਿਬ ਦੀ ਬਾਣੀ ਚ ਮਹਾਰਾਜ ਕਹਿੰਦੇ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਇਹ ਜਿਹੜਾ ਗੁਰੂ ਦਾ ਸ਼ਬਦ ਹੈ ਨਾ, ਹੀਰੇ ਤੋਂ ਵੀ ਮਹਿੰਗਾ ਹੈ। ਹੀਰੇ ਦੀ ਕੀਮਤ ਤਾਂ ਹੈ, ਪਰ ਇਹਦੀ ਕੋਈ ਕੀਮਤ ਨਹੀਂ ਹੈ। ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਏ, ਸੇ ਨਾਨਕ ਹਰ ਰੰਗ ਮਾਣ। ਇੱਥੇ ਵੀ ਕੋਈ ਵਿਰਲਾ ਹੰਸ ਆਉਂਦਾ ਹੈ, ਬਗਲੇ ਤੇ ਕਾਂ ਨਹੀਂ ਆਉਂਦੇ। ਉਹ ਤਰਕਾਂ ਤਾਂ ਕਰਦੇ ਹੋਣਗੇ ਵੀ ਇਹਨਾਂ ਨੂੰ ਕਿਧਰੋਂ ਸੋਝੀ ਆ ਗਈ ਫੈਜ਼ਗੜ੍ਹ ਵਾਲਿਆਂ ਨੂੰ, ਇਹਨਾਂ ਨੇ ਆਹ ਕੰਮ ਸ਼ੁਰੂ ਕਰ ਲਿਆ ਸੰਗਤ ਵਾਲਾ। ਕਿਉਂਕਿ ਕਾਂ ਦੀ ਇੱਕ ਬਿਰਤੀ ਹੁੰਦੀ ਹੈ, ਉਹਦੇ ਸਾਹਮਣੇ ਗੰਦਗੀ ਤੇ ਕਪੂਰ ਰੱਖ ਦਿਓ, ਲਹਿਦਾ ਲਹਿਦਾ। ਕਪੂਰ ਕਿੱਡੀ ਵਧੀਆ ਚੀਜ਼ ਹੈ, ਪਰ ਕਾਂ ਨੂੰ ਛੱਡ ਦਿਓ, ਉਹ ਕਦੇ ਵੀ ਕਪੂਰ ਵਾਲੀ ਥਾਲੀ ਤੇ ਨਹੀਂ ਬੈਠੂਗਾ। ਜਿਹਦੇ 'ਚ ਗੰਦਗੀ ਹੋਊਗੀ ਉੱਥੇ ਜਾ ਕੇ ਆਪਣੀ ਚਿੰਝ ਮਾਰੂਗਾ।
ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕਊਆ ਕਪੂਰ ਨਾ ਚੱਖਈ, ਦੁਰਗੰਧ ਸੁਹਾਵੇ। ਮਨਮੁਖ ਭਾਗ ਵਿਹੂਣਿਆ, ਸਤ ਸੰਗ ਨਾ ਪਾਵੇ। ਕਹਿੰਦੇ ਜਿਵੇਂ ਕਾਂ ਨੂੰ ਕਪੂਰ ਨਹੀਂ ਨਾ ਚੰਗਾ ਲੱਗਦਾ, ਮਨਮੁਖ ਬੰਦੇ ਨੂੰ ਸੰਗਤ ਨਹੀਂ ਚੰਗੀ ਲੱਗਦੀ। ਉਹ ਆਉਣ ਵਾਲਿਆਂ ਤੇ ਵੀ ਤਰਕਾ ਕਰਦਾ ਵੀ ਇਹਨਾਂ ਨੂੰ ਕੰਮ ਹੀ ਨਹੀਂ ਹੈ ਕੋਈ। ਕੰਮ ਤਾਂ ਹੈਗੇ ਨੇ ਪਰ ਅਸਲੀ ਕੰਮ ਕਰਦੇ ਆ ਜਿਹੜਾ ਇੱਥੇ ਬਹਿ ਕੇ ਕਰ ਰਹੇ ਨਾ, ਇਹ ਅਸਲੀ ਕੰਮ ਹੈ। ਬਾਕੀ ਤਾਂ ਜ਼ਿੰਦਗੀ ਦੇ ਨਿਰਵਾਹ ਵਾਸਤੇ ਕਰਦੇ ਹੋ ਨਾ, ਧਨ ਕਮਾਉਣਾ, ਖੇਤੀਬਾੜੀ ਕਰਨੀ, ਵਣਜ ਵਪਾਰ ਕਰਨਾ, ਇਹ ਤਾਂ ਸਰੀਰ ਦੀ ਰਜੀਵਕ ਹੈ। ਪਰ ਜਿਹਦੇ ਵਾਸਤੇ ਸਰੀਰ ਮਿਲਿਆ ਉਹ ਕੋਈ ਵਿਰਲਾ ਵਿਰਲਾ ਕਰਦਾ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਿਸੇ ਕੰਮ ਨਹੀਂ ਆਉਣੇ ਆ ਦੁਨੀਆ ਦੇ ਕਾਰ ਵਿਹਾਰ, ਇਹ ਤਾਂ ਸਰੀਰ ਦੀ ਪਾਲਣਾ ਵਾਸਤੇ ਨੇ। ਅਸਲੀ ਕੰਮ ਇਹ ਆਉਣਾ ਹੈ ਜਿਹਦੇ ਆਪਾਂ ਬਹਿ ਕੇ ਕਰ ਰਹੇ ਹਾਂ। ਜੇ ਗੁਣ ਹੋਇਆ ਤਾਂ ਬੰਦਗੀ ਕਰਨ ਵਾਲਿਆਂ ਬੰਦਿਆਂ ਦੀ ਗਿਣਤੀ ਚ ਆ ਜਾਂਦਾ, ਨਹੀਂ ਤਾਂ ਕੱਲਾ ਭੇਖ ਪਾ ਕੇ ਲੋਕਾਂ ਨੂੰ ਵਿਖਾਵਾ ਕਰਦਾ। ਮਹਾਰਾਜ ਕਹਿੰਦੇ ਫਿਰ ਜੰਮੇਗਾ ਮਰੇਗਾ, ਮਰੇਗਾ ਜੰਮੇਗਾ। ਅਵਰ ਉਪਦੇਸ਼ੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਲੋਕਾਂ ਨੂੰ ਉਪਦੇਸ਼ ਦਿੰਦਾ, ਆਪ ਚੱਲਦਾ ਹੀ ਨਹੀਂ ਹੈ। ਲੋਕਾਂ ਨੂੰ ਕਹਿੰਦਾ ਅੰਮ੍ਰਿਤ ਛਕਣਾ ਚਾਹੀਦਾ, ਆਪ ਛਕੇ ਹੀ ਨਹੀਂ। ਲੋਕਾਂ ਨੂੰ ਉਪਦੇਸ਼ ਕਰਦਾ ਸੇਵਾ ਕਰਨੀ ਚਾਹੀਦੀ ਹੈ, ਤੇ ਜੇ ਉਹਨੂੰ ਬੁਲਾ ਕੇ ਪੁੱਛੇ ਵੀ ਤੂੰ ਕਿੰਨਾ ਕੁ ਚਿਰ ਭਾਂਡੇ ਮਾਂਜਿਆ ਸੰਗਤ ਦੇ, ਕਿੰਨਾ ਚਿਰ ਝਾੜੂ ਮਾਰਿਆ। ਸਿੱਖ ਦਾ ਜੀਵਨ ਉਹ ਹੁੰਦਾ ਜਿਹੜਾ ਪਹਿਲਾਂ ਕਮਾਇਆ ਹੁੰਦਾ ਫੇਰ ਉਪਦੇਸ਼। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਉਸ ਗੁਰਸਿੱਖ ਦੀ ਚਰਨ ਧੂੜੀ ਸੱਚੇ ਪਾਤਸ਼ਾਹ ਕਹਿੰਦੇ ਮੈਂ ਚਾਹੁੰਦਾ ਜਿਹੜਾ ਪਹਿਲਾਂ ਆਪ ਜਪਦਾ ਹੈ, ਜਿਹੜਾ ਆਪ ਚੰਗੇ ਕਰਮ ਕਰਦਾ ਹੈ, ਆਪ ਗੁਰੂ ਵਾਲਾ ਬਣਿਆ ਹੈ, ਆਪ ਰੋਜ਼ ਸੇਵਾ ਕਰਦਾ ਹੈ, ਨਿਤਨੇਮ ਕਰਦਾ ਹੈ, ਬਾਣੀ ਪੜ੍ਹਦਾ ਹੈ, ਤੇ ਦੂਜਿਆਂ ਨੂੰ ਪ੍ਰੇਰਨਾ ਦਿੰਦਾ ਭਾਈ ਤੁਸੀਂ ਵੀ ਪੜ੍ਹਿਆ ਕਰੋ। ਦੁਨੀਆ ਤੇ ਆਉਣ ਦਾ ਤੁਹਾਡਾ ਪ੍ਰਯੋਜਨ ਹੀ ਇਹ ਹੈ। ਉਹ ਹੰਸ ਰੂਪ ਨੇ ਤੇ ਉਹ ਮਾਨ ਸਰੋਵਰ ਤੇ ਆਉਂਦੇ ਨੇ, ਪਰ ਕਾਂ ਤੇ ਬਗਲਾ ਨਹੀਂ ਰਹਿ ਸਕਦਾ। ਇਸ ਕਰਕੇ ਭਗਤ ਕਬੀਰ ਜੀ ਰੋਜ਼ ਜਾਂਦੇ ਨੇ, ਦੇਖਦੇ ਨੇ ਉਸ ਸਾਧੂ ਤੇ ਸਾਧੂ ਨੂੰ ਦੇਖ ਕੇ ਰੋਜ਼ ਸਮਝਾਉਂਦੇ ਨੇ ਤੂੰ ਭੇਖ ਤਾਂ ਸਾਧੂ ਵਾਲਾ ਪਾਇਆ, ਪਰ ਜਿਹਦੀ ਮੋਟਰ ਤੇ ਰਹਿਣਾ ਪ੍ਰਸ਼ਾਦਾ ਵੀ ਦਿੰਦਾ ਤੈਨੂੰ, ਫਿਰ ਤੂੰ ਨਾਮ ਜਪਿਆ ਕਰ, ਨਾਲੇ ਪ੍ਰਸ਼ਾਦੇ ਵਾਲੇ ਦਾ ਭਲਾ ਨਾਲੇ ਤੇਰਾ। ਪਰ ਇਧਰਲੇ ਕੰਨ ਤੋਂ ਸੁਣਦਾ, ਦੂਜੇ ਕੰਨ ਤੋਂ ਹੀ ਕੱਢ ਦਿੰਦਾ। ਕਿਸੇ ਮਨਮੁਖ ਬੰਦੇ ਨੂੰ ਪੁੱਛਿਆ ਵੀ ਆ ਕੰਨ ਦੋ ਕਿਉਂ ਲਾਏ ਨੇ, ਇੱਕ ਨਾਲ ਵੀ ਸਰ ਜਾਣਾ ਸੀ, ਦੋ ਕਾਹਤੋਂ ਲਾਤੇ ਪ੍ਰਮਾਤਮਾ ਨੇ? ਕਹਿੰਦਾ ਤਾਂ ਲਾਏ ਨੇ ਵੀ ਇਧਰੋਂ ਸੁਣੀ ਚੱਲੋ, ਇਧਰ ਨੂੰ ਕੱਢੀ ਚੱਲੋ। ਤਾਂ ਰੱਬ ਨੇ ਦੋ ਕੰਨ ਲਾਏ। ਹਾਲਾਤ ਸਾਡੀ ਵੀ ਇਹੀ ਹੈ। ਕਈਆਂ ਦੀ ਸਾਰੀ ਉਮਰ ਲੰਘ ਚੱਲੀ ਹੈ ਸੁਣਦੇ ਆ ਵੀ ਅੰਮ੍ਰਿਤ ਛਕਣਾ ਚਾਹੀਦਾ, ਬਾਣੀ ਪੜ੍ਹਨੀ ਚਾਹੀਦੀ ਹੈ। ਬਜ਼ੁਰਗ ਹੋ ਗਏ, ਦਾੜੀਆਂ ਚਿੱਟੀਆਂ ਹੋ ਗਈਆਂ, ਅਜੇ ਤੱਕ ਗੁਰੂ ਵਾਲੇ ਨਹੀਂ ਬਣੇ, ਫਿਰ ਉਹ ਕੀ ਕਰਨਗੇ? ਇਹਦਾ ਮਤਲਬ ਸੁਣ ਕੇ ਕੱਢ ਰਹੇ ਆ ਨਾ ਦੂਜੇ ਪਾਸੇ। ਜੇ ਕਿਤੇ ਅੰਦਰ ਵਸਾਇਆ ਹੁੰਦਾ ਤੇ ਅੱਜ ਨੂੰ ਗੁਰੂ ਵਾਲੇ ਬਣੇ ਹੁੰਦੇ। ਗੁਰੂ ਦੇ ਸ਼ਬਦ ਦੀ ਕਮਾਈ ਕਰਦੇ, ਧੰਦੇ ਵੀ ਕਰਨੇ ਨੇ, ਪਰ ਧੰਦਿਆਂ ਦੇ ਨਾਲ ਨਾਲ ਨਾਮ ਵੀ ਜਪਣਾ ਹੈ ਜਿਹੜਾ ਜ਼ਰੂਰੀ ਹੈ। ਸਮਝਾਉਂਦੇ ਆ ਭਗਤ ਕਬੀਰ ਜੀ,
ਪਰ ਸਮਾਂ ਲੰਘਦਾ ਚਲਾ ਗਿਆ, ਕੋਈ ਪਰਵਾਹ ਨਹੀਂ ਕੀਤੀ। ਆਪਾਂ ਵੀ ਅੱਜ ਇਹੀ ਗੱਲ ਕਹਿੰਦੇ ਆ ਨਾ, ਜੇ ਕਿਸੇ ਮਨਮੁਖ ਬੰਦੇ ਨੂੰ ਕਹਿ ਦਈਏ ਅੰਮ੍ਰਿਤ ਛਕ ਲੈ, ਛਕ ਲਾਂਗੇ, ਬੜਾ ਟਾਈਮ ਪਿਆ। ਜਿਵੇਂ ਧਰਮ ਰਾਜੇ ਨਾਲ ਗਾਂਢ ਸਾਂਢ ਕਰਕੇ ਆਇਆ ਹੁੰਦਾ ਵੀ ਕੋਈ ਗੱਲ ਨਹੀਂ, ਜਦੋਂ ਮੈਂ ਕਹਾਂਗਾ ਉਦੋਂ ਭੇਜੀ, ਉਹਨਾਂ ਚਿਰ ਭੇਜੀ ਨਾ। ਮਹਾਰਾਜ ਕਹਿੰਦੇ ਸਮਾਂ ਕੋਈ ਪਤਾ ਨਹੀਂ ਕਦੋਂ ਦੂਜਾ ਆ ਜਾਣਾ। ਜਦੋਂ ਆ ਕੇ ਕਾਲ ਨੇ ਸਿਰ ਤੇ ਨਗਾਰਾ ਵਜਾਣਾ, ਚੱਲ ਭਾਈ ਟਾਈਮ ਹੋ ਗਿਆ। ਇੰਨਾ ਕੋਈ ਟਾਈਮ ਸੀ ਤੇਰਾ ਦੁਨੀਆ ਤੇ, ਫਿਰ ਤੇਰਾ ਕੱਖ ਵੀ ਨਹੀਂ ਬਣਨਾ। ਜਿੰਨਾ ਕੁ ਸਮਾਂ ਹੈ ਸਾਡੇ ਕੋਲ, ਉਹਨਾਂ ਕੋ ਲੇਖੇ ਲਾਉਣਾ। ਸਮਾਂ ਆਇਆ, ਚੜ੍ਹਾਈ ਕਰ ਗਿਆ। ਭਗਤ ਕਬੀਰ ਜੀ ਕਾਫੀ ਸਮਾਂ ਗਏ ਨਹੀਂ, ਕਈ ਸਾਲ ਤੋਂ ਬਾਅਦ ਉਧਰ ਨੂੰ ਗਏ। ਜ਼ਿਮੀਂਦਾਰ ਨੂੰ ਪੁੱਛਦੇ ਨੇ ਵੀ ਇੱਥੇ ਇੱਕ ਸਾਧ ਰਹਿੰਦਾ ਹੁੰਦਾ ਸੀ, ਕਿੱਥੇ ਆ ਉਹ? ਕਹਿੰਦਾ ਮਹਾਰਾਜ ਉਹ ਤਾਂ ਚੜ੍ਹਾਈ ਕਰ ਗਿਆ ਸੀ। ਭਗਤ ਕਬੀਰ ਜੀ ਨੇ ਦੇਖਿਆ ਕਰਦਾ ਕੁਛ ਨਹੀਂ ਸੀ, ਲੇਖਾ ਦੇਣ ਵਾਸਤੇ ਇੱਥੇ ਹੀ ਫਿਰਦਾ ਹੋਣਾ। ਗਮਤਾ ਨਾਲ ਦੇਖਿਆ, ਅੰਤਰਜਾਮਤਾ ਨਾਲ। ਉਸੇ ਜ਼ਿਮੀਂਦਾਰ ਦੇ ਅੱਗੇ ਬਲਦ ਬਣ ਕੇ ਚੱਲ ਰਿਹਾ। ਭਗਤ ਕਬੀਰ ਜੀ ਜ਼ਿਮੀਂਦਾਰ ਨੂੰ ਕਹਿੰਦੇ, ਜ਼ਿਮੀਂਦਾਰਾ ਇਹਦੇ ਨਾਲ ਗੱਲ ਕਰਨੀ ਹੈ ਇੱਕ। ਕਹਿੰਦਾ ਬਲਦਾਂ ਨਾਲ ਵੀ ਗੱਲ ਕਰਦਾ ਕੋਈ? ਕਹਿੰਦੇ ਇਹਦੇ ਸਰੀਰ ਨਾਲ ਨਹੀਂ ਕਰਨੀ, ਜਿਹੜੀ ਇਹਦੇ ਅੰਦਰ ਆਤਮਾ ਹੈ ਨਾ, ਉਹਦੇ ਨਾਲ ਕਰਨੀ ਹੈ ਗੱਲ। ਕਹਿੰਦਾ ਜੀ ਕਰ ਲਓ। ਕੋਲ ਜਾ ਕੇ ਕੰਨ 'ਚ ਕਹਿਣ ਲੱਗੇ, ਤੈਨੂੰ ਮੈਂ ਬੜਾ ਸਮਝਾਇਆ ਸੀ, ਸਮਝਿਆ ਨਹੀਂ ਹੈ। ਹੁਣ ਸਿੱਧਾ ਹੋ ਕੇ ਲੇਖਾ ਦੇ, ਹੁਣ ਨਾਮ ਨਹੀਂ ਜਪਿਆ ਜਾਣਾ, ਹੁਣ ਬਾਣੀ ਨਹੀਂ ਪੜ੍ਹੀ ਜਾਣੀ। ਜਦੋਂ ਸਮਾਂ ਲੰਘ ਗਿਆ ਫਿਰ ਗੁਰੂ ਵਾਲਾ ਵੀ ਨਹੀਂ ਬਣਿਆ ਜਾਣਾ। ਹੁਣ ਤਾਂ 4 ਪੈਰ ਲੱਗ ਗਏ, 2 ਸਿੰਗ ਲੱਗ ਗਏ ਤੇ ਮੂੰਹ ਗੁੰਗਾ ਹੋ ਗਿਆ। ਉਦੋਂ ਤਾਂ ਜ਼ਬਾਨ ਦਿੱਤੀ ਸੀ ਨਾ ਰੱਬ ਨੇ ਬੋਲਣ ਵਾਲੀ, ਪਰ ਹੁਣ ਤਾਂ ਜ਼ਬਾਨ ਤਾਂ ਦਿੱਤੀ ਹੈ ਪਰ ਬੋਲਿਆ ਨਹੀਂ ਜਾਣਾ। ਬਾਣੀ ਵਿੱਚ ਸ਼ਬਦ ਆਉਂਦਾ 4 ਪਾਵ 2 ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ, ਊਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂੰਡ ਲਕਈ ਹੈ, ਹਰ ਬਿਨ ਬੈਲ ਬਰਾਨੇ ਹੋਈ ਹੈ। ਭਗਤ ਕਬੀਰ ਜੀ ਕਹਿੰਦੇ ਹੁਣ ਤਾਂ ਸਮਾਂ ਲੰਘ ਗਿਆ ਬਈ, ਹੁਣ ਦੱਸ ਕਿਵੇਂ ਗੁਣ ਗਾਏਗਾ? ਮੂੰਹ ਗੁੰਗਾ ਹੋ ਗਿਆ, ਬੋਲਿਆ ਨਹੀਂ ਜਾਣਾ। 4 ਪੈਰ ਲੱਗ ਗਏ, 2 ਸਿੰਘ ਨੇ, ਹੁਣ ਨਾਮ ਨਹੀਂ ਜਪਿਆ ਜਾਣਾ। ਜਦੋਂ ਸਮਾਂ ਸੀ ਉਦੋਂ ਜਪਿਆ ਨਹੀਂ ਹੈ। ਤਾਂ ਗੁੰਗਾ ਮੁਖ ਹੋ ਗਿਆ, ਹੁਣ ਦੱਸ ਕਿਵੇਂ ਗੁਣ ਗਾਵੇਂਗਾ। ਗੁੰਗਾ ਮੁਖ ਹੋ ਗਿਆ, ਹੁਣ ਕਿਵੇਂ ਗੁਣ ਗਾਵੇਂਗਾ। ਕਿਵੇਂ ਗੁਣ ਗਾਵੇਂਗਾ। ਗੁੰਗਾ ਮੁਖ ਹੋ ਗਿਆ, ਹੁਣ ਕਿਵੇਂ ਗੁਣ ਗਾਵੇਂਗਾ। ਕਿਵੇਂ ਗੁਣ ਗਾਵੇਂਗਾ, ਕਿਵੇਂ ਗੁਣ ਗਾਵੇਂਗਾ, ਹੁਣ ਕਿਵੇਂ ਗੁਣ ਗਾਵੇਂਗਾ।
ਗੂੰਗਾ, ਗੂੰਗਾ ਮੁਖ ਹੋ ਗਿਆ, ਕਿਵੇਂ ਗੁਣ ਗਾਵੇਂਗਾ। चार पाव दो सिंह गुंग मुख, तब कैसे गुण गई है, उठत बैठत ठेंगा पर है। तब कत मूंड लकई है, हर बिन बैल बराने हुई है। तेनू समझाया सी, समझ नहीं आई। हुण बाणी समझाउंदी है, आवाजां मारदी है रोज। ਅੰਮ੍ਰਿਤ ਵੇਲੇ ਰੋਜ਼ ਗੁਰੂ ਕੇ ਵਜ਼ੀਰ ਲੌਸਮੈਂਟ ਕਰਦੇ ਨੇ, ਫਿਰ ਸ਼ਬਦ ਪੜ੍ਹਦੇ ਨੇ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਰੋਜ਼ ਲੌਸਮੈਂਟ ਕਰਦੇ ਹਨ ਵੀ ਆਜੋ समय। ਸਾਰੀ ਉਮਰ ਸੁੱਤੇ ਹੀ ਰਹੇ ਆ, ਬਣਿਆ ਨਹੀਂ ਕੁਛ। ਸਰੀਰ ਦੀ ਖੁਰਾਕ ਹੈ ਸੌਣਾ, पर ये नहीं दिन रात सुते ही रहना। अमृत वेले आके गुरु दे दर्शन करके बह के नितनेम करना, सिमरन करना तेरे मनुखा जन्म का कारण है, इसे वास्ते मिले। समझाया भगत कबीर जी ने। इस करके सच्चे पातशाह सानू संदेश दिंदे भी ये बार बार नहीं मिलना। हुण समय लूटना है तो लूट ले, राम नाम है लूट, फिर पाछे पछताओगे, प्राण जाएंगे छूट। जदों प्राण ही निकल गए फिर की करेंगे। सो आओ कल महापुरुष विचार कर रहे सी कि परमेश्वर इन्ना दयालु ते कृपालु है, एडा वड्डा दाता है। एक कौडी ते खुश होके सिख नूं राज भाग बख्श दिंदा है। गुरु नानक देव जी महाराज ने एक छोलियां दी मुठ ते खुश होके सवेर नूं राजा बना दिता। एक गुरु विच ताकत है। एक छिन विच सब कुछ कर सकदा है। भिखारी नूं राजा ते राजे नूं भिखारी, ये उहदे विच ताकत है। पर वो भावना देखदा, जिहड़ी भावना नाल कोई एक टका भी टेकदा है, उहदा जन्म मरण भी कट दिंदा है ते दुनिया दे पदार्थ भी दिंदा है। एक बुक हौलां दी दित्ती सी ना उहने, ते गुरु घर विच एक साखी नहीं है। इतिहास साडा भरिया होया है ਇਹੋ ਜਿਹੇ ਗੁਰੂ ਦੇ ਸਿੱਖਾਂ ਦਾ। ਤੇ ਉਹ ਗੁਰੂ ਸਮਰੱਥ ਦਾ ਜਿਹੜਾ ਇੱਕ ਕੌਡੀ ਲੈ ਕੇ, ਇੱਕ ਟਕਾ ਲੈ ਕੇ ਮੁਕਤੀ ਦੀ ਦਾਤ ਬਖਸ਼ ਦਿੰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਫਿਰ ਛੇਵੇਂ ਪਾਤਸ਼ਾਹ ਗੁਰਤਾ ਗੱਦੀ ਦੇ ਵਾਰਿਸ ਬਣੇ, ਜਿਨ੍ਹਾਂ ਨੇ ਫਿਰ ਅਕਾਲ ਤਖਤ ਦੀ ਰਚਨਾ ਕੀਤੀ। साध संगत जी, किसी मिस्त्री ने नहीं बनाया, किसी राज ना हाथ लगायो, बुढ़ा और गुरदास बनायो। अकाल तख्त की रचना किसी मिस्त्री ने नहीं की है। छेवें पातशाह बाबा बुढ़ा साहब जी ते भाई साहब भाई गुरदास जी, इन्हां तिन्हां ने अकाल तख्त की रचना की है। अपने हथी बनाया अकाल तख्त, अकाल दा तख्त, किसी राजे महाराजे दा नहीं। उस निराकार वाहिगुरु परमेश्वर दा तख्त, तख्त बनाया। मीरी ते पीरी दियां दो तलवारां पहनियां। लोड़ पई जदों शांति दी हद हो गई
ਕਿਸੇ ਨੇ ਹੱਥ ਜੋੜੇ ਤੇ ਮੰਨਿਆ ਨਹੀਂ, ਫਿਰ ਸੱਚੇ ਪਾਤਸ਼ਾਹ ਨੂੰ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਪਹਿਨਣੀਆਂ ਪਈਆਂ। ਗੁਰੂ ਅਰਜਨ ਦੇਵ ਜੀ ਮਹਾਰਾਜ ਵਰਗੀ ਕੌਣ ਰੱਖੇਗਾ ਸ਼ਾਂਤੀ? ਜਿਹੜੇ ਤੱਤੀ ਤਵੀ ਤੇ ਬੈਠੇ ਨੇ, ਸੀਸ ਵਿੱਚ ਤੱਤਾ ਰੇਤਾ ਪੈ ਰਿਹਾ, ਸਾਈਂ ਮੀਆਂ ਮੀਰ ਆਇਆ, ਦੇਖ ਕੇ ਜਰਿਆ ਨਹੀਂ ਗਿਆ। ਬੇਨਤੀ ਕੀਤੀ, ਸੱਚੇ ਪਾਤਸ਼ਾਹ ਏਡੀ ਵੱਡੀ ਤਾਕਤ ਦੇ ਮਾਲਕ ਹੋ ਕੇ, ਗੁਰੂ ਨਾਨਕ ਦੀ ਜੋਤ ਦੇ ਵਾਰਿਸ ਹੋ ਤੁਸੀਂ, ਤੇ ਗੁਰੂ ਨਾਨਕ ਆਪ ਪਰਮੇਸ਼ਰ ਹੈ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਉਹਨਾਂ ਦੀ ਪੰਜਵੀਂ ਥਾਂ ਤੇ ਹੋ, ਇੱਕ ਬਚਨ ਕਰਕੇ ਸਾਰਾ ਕੁਝ ਕਰ ਸਕਦੇ ਸੀ ਸੱਚੇ ਪਾਤਸ਼ਾਹ। ਇਹ ਕੀ? ਸੱਚੇ ਪਾਤਸ਼ਾਹ ਕਹਿੰਦੇ, ਸਾਈਂ ਜੀ ਤੁਸੀਂ ਇੱਕ ਵਾਰੀ ਪੁੱਛਿਆ ਸੀ, ਸਵਾਲ ਕੀਤਾ ਸੀ ਵੀ ਭਾਣਾ ਕੋਈ ਮੰਨਦਾ ਵੀ ਹੈ? ਭਾਣੇ ਦੀ ਬਾਣੀ ਲਿਖ ਰਹੇ ਹੋ, ਕੋਈ ਹੈ ਵੀ ਇਹੋ ਜਿਹਾ ਜਿਹਦੇ ਸਾਰੀ ਤਾਕਤ ਹੋਵੇ ਫਿਰ ਵੀ ਭਾਣਾ ਮੰਨਦਾ ਹੋਵੇ? ਜਿਹਦੇ ਕੋਲ ਹੋਵੇ ਹੀ ਨਾ ਕੱਖ, ਉਹਨੇ ਤਾਂ ਭਾਣਾ ਮੰਨਣਾ ਹੀ ਹੈ ਨਾ। ਜਿਹਦੇ ਕੋਲ ਤਾਕਤ ਵੀ ਸਾਰੀ ਹੋਵੇ, ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਤਾਣਾ, ਅਨਹੁੰਦਾ ਆਪ ਵੰਡਾਏ, ਕੋਈ ਐਸਾ ਭਗਤ ਸਦਾਏ। ਤਾਣ ਇੰਨਾ ਜ਼ੋਰ ਹੋਵੇ ਕਿ ਸਭ ਕੁਝ ਕਰ ਸਕਦਾ ਹੋਵੇ, ਪਰ ਤਾਣ ਤੋਂ ਰਹਿਤ ਹੋ ਕੇ ਦੁਨੀਆ 'ਚ ਵਿਚਰੇ। ਮਾਣ ਹੋਵੇ ਪਰ ਨਿਮਾਣਾ ਹੋ ਕੇ ਵਿਚਰੇ। ਜਿਹੜਾ ਨਿਮਾਣਾ ਹੋ ਕੇ ਵਿਚਰਦਾ ਨਾ, ਉਹਦੀਆਂ ਝੋਲੀਆਂ ਭਰ ਜਾਂਦੀਆਂ। ਹਰ ਜੀ ਨਿਮਾਣਿਆ ਤੂੰ ਮਾਣ, ਨਾ ਚੀਜ਼ਿਆ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ। ਇਹ ਦਰ ਤਾਂ ਹੈ ਹੀ ਇਹੋ ਜਿਹਾ, ਜਿੰਨੀ ਨਿਮਰਤਾ ਨਾਲ ਆਉਂਗੇ ਉਨੀਆਂ ਜ਼ਿਆਦੀਆਂ ਝੋਲੀਆਂ ਭਰਨਗੀਆਂ। ਤੇ ਜੇ ਮਾਣ ਲੈ ਕੇ ਆਉਂਗੇ, ਫਿਰ ਇੱਥੇ ਮਾਣ ਖਾਲੀ ਵੀ ਕੀਤਾ ਜਾਂਦਾ। ਇੱਥੇ ਮਾਣ ਨਹੀਂ ਰੱਖਦੇ ਕਿਸੇ ਦਾ। ਜਿਹੜਾ ਹੱਥ ਜੋੜ ਕੇ ਆਏਗਾ ਉਹਨੂੰ ਪ੍ਰਸ਼ਾਦ ਵੀ ਮਿਲਦਾ ਹੈ, ਦੇਗ ਵੀ ਮਿਲਦੀ ਹੈ, ਤੇ ਜਿਹੜਾ ਹੰਕਾਰ ਨਾਲ ਆਏਗਾ ਉਹਦੇ ਵਾਸਤੇ ਤੇਗ ਵੀ ਹੈ। ਇਹ ਖਾਲਸੇ ਦਾ ਮਿਸ਼ਨ ਹੈ। ਭੈ ਦਿੰਦਾ ਨਹੀਂ ਤੇ ਮੰਨਦਾ ਕਿਸੇ ਦਾ ਨਹੀਂ। ਭੈ ਕਾਹੂ ਕੋ ਦੇਤ ਨਹਿ ਭੈ ਮਾਨ ਤਾਣ। ਕਿਸੇ ਨੂੰ ਭੈ ਨਹੀਂ ਦਿੰਦਾ ਬਿਨਾਂ ਵਜ੍ਹਾ ਤੋਂ। ਪਰ ਜੇ ਕੋਈ ਕਹੇ ਮੈਂ ਨਾਡੂ ਖਾਂ, ਮੇਰੇ ਵਰਗਾ ਹੈ ਨਹੀਂ, ਫਿਰ ਉਹਦੀ ਧੌਣ ਫਿਰ ਨੀਵੀਂ ਕਰ ਦਿੰਦਾ। ਉਦੋਂ ਹੀ ਪਤਾ ਲੱਗਦਾ ਜਦੋਂ ਥੱਲੇ ਪਈ ਹੁੰਦੀ ਹੈ ਧੌਣ। ਮੱਸਾ ਰੰਗੜ ਵੀ ਕਹਿੰਦਾ ਸੀ, ਜਿਹੜਾ ਸਰੋਵਰ ਦੇ ਵਿੱਚ ਬਹਿ ਕੇ ਪੂਰ ਕੇ ਨਾਚ ਨਚਾਉਂਦਾ ਸੀ, ਭੁੱਲ ਗਿਆ ਰੱਬ ਨੂੰ। ਫਿਰ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਦੱਸਿਆ ਉਹਨੂੰ ਵੀ ਇਹ ਘਰ ਉਹ ਹੈ, ਜੇ ਨਿਮਾਣਾ ਹੋ ਕੇ ਆਏਗਾ ਮਾਣ ਮਿਲੇਗਾ, ਤੇ ਜੇ ਇੱਥੇ ਮਾਣ ਲੈ ਕੇ ਆਏਗਾ ਫਿਰ ਬਹੁਤਾ ਟਾਈਮ ਨਹੀਂ ਲਾਉਂਦੇ, ਛੇਤੀ ਉਹ ਢੈਲਾ ਕਰ ਦਿੰਦੇ। ਇਸ ਕਰਕੇ ਸੱਚੇ ਪਾਤਸ਼ਾਹ ਨੇ ਅਕਾਲ ਤਖਤ ਦੀ ਰਚਨਾ ਕੀਤੀ। ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ। ਪਹਿਲਾਂ ਕੱਲੀ ਭਗਤੀ ਸੀ, ਹੁਣ ਨਾਲ ਸ਼ਕਤੀ ਵੀ ਜੋੜ ਦਿੱਤੀ। ਮਾਲਾ ਦੇ ਨਾਲ ਕਿਰਪਾਨ ਵੀ ਫੜਾ ਦਿੱਤੀ ਵੀ ਬੰਦਗੀ ਵੀ ਕਰਨੀ ਹੈ। ਬੰਦਗੀ ਤੋਂ ਬਿਨਾ ਤਾਕਤ ਪੈਦਾ ਨਹੀਂ ਹੋਣੀ। ਜੇ ਬੰਦਗੀ ਕਰੇਗਾ ਆਤਮਾ ਤਾਂ ਬਲਵਾਨ ਹੋਣੀ ਹੈ। ਮੌਤ ਦੇ ਭੈ ਤੋਂ ਉੱਪਰ ਤਾਂ ਜਾਣਾ ਜੇ ਬੰਦਗੀ ਕਰੇਗਾ। ਜੇ ਇਬਾਦਤ ਨਹੀਂ ਤੇ ਸ਼ਹਾਦਤ ਨਹੀਂ ਹੋ ਸਕਦੀ। ਸ਼ਹਾਦਤ ਵਾਸਤੇ ਇਬਾਦਤ ਕਰਨੀ ਪੈਣੀ ਹੈ, ਬੰਦਗੀ ਕਰਨੀ ਪੈਣੀ ਹੈ, ਤਾਂ ਕਿ ਮਨ ਇੰਨਾ ਤਕੜਾ ਹੋ ਜਾਏ, ਮੌਤ ਨੂੰ ਮਖੌਲ ਕਰਨ ਲੱਗ ਜਾਏ। ਮੋਹ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੈ ਦਵਾਰ। ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰੇ ਬਾਰ। ਦੁਨੀਆ ਡਰਦੀ ਹੈ, ਉਹ ਚਾਅ ਨਾਲ ਉਡੀਕਦੇ। ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ।
ਮਰਨਾ ਹੀ ਤੇ ਪਾਈਐ ਪੂਰਨ ਪਰਮਾਨੰਦ। ਮੌਤ ਦੀ ਹੱਦ ਤੋਂ ਉੱਪਰ ਚਲੇ ਜਾਣਾ। ਜਿੱਥੇ ਭਗਤੀ ਹੈ ਉੱਥੇ ਨਾਲ ਸ਼ਕਤੀ ਵੀ। ਹੁਕਮ ਕੀਤਾ ਜਿਹੜਾ ਵਧੀਆ ਸ਼ਾਸਤਰ ਲੈ ਕੇ ਆਏਗਾ, ਵਧੀਆ ਘੋੜਾ ਲੈ ਕੇ ਆਏਗਾ, ਕਿਉਂਕਿ ਉਦੋਂ ਸਾਧਨ ਹੀ ਇਹੋ ਸੀ, ਉਹਦੇ ਤੇ ਗੁਰੂ ਦੀਆਂ ਖੁਸ਼ੀਆਂ ਹੋਣਗੀਆਂ। ਤੇ ਸਾਧ ਸੰਗਤ ਜੀ, ਸਿੱਖ ਤਾਂ ਪ੍ਰੇਮ ਵਿੱਚ ਆ ਕੇ ਆਪਣਾ ਸਿਰ ਵੀ ਭੇਟਾ ਕਰ ਦਿੰਦਾ ਹੈ। ਦੁਨੀਆ ਦੀਆਂ ਵਸਤੂਆਂ ਤਾਂ ਬੜੀ ਛੋਟੀ ਜਿਹੀ ਗੱਲ ਹੈ। ਜਿਹੜਾ ਪ੍ਰੇਮ ਰੱਖਦਾ ਨਾ, ਗੁਰੂ ਤੋਂ ਸਾਰਾ ਕੁਝ ਨਿਸ਼ਾਵਰ ਕਰ ਦਿੰਦਾ ਹੈ। ਉਹਨੂੰ ਪਤਾ ਜੇ ਸਿਰ ਲੈ ਕੇ ਵੀ ਗੁਰੂ ਖੁਸ਼ ਹੋ ਗਿਆ ਨਾ, ਇਹ ਤਾਂ ਸਸਤਾ ਹੀ ਸੌਦਾ ਹੈ। ਤਨ ਗੰਦਗੀ ਦੀ ਕੋਠੜੀ, ਹਰ ਹੀਰਿਆਂ ਦੀ ਖਾਣ, ਸਿਰ ਦਿੱਤਿਆਂ ਜੇ ਹਰ ਮਿਲੇ ਤਾਂ ਵੀ ਸਸਤਾ ਜਾਣ। ਇਹ ਤਾਂ ਸਸਤਾ ਹੀ ਸੌਦਾ। ਫਿਰ ਜੇ ਕਿਤੇ ਸਿਰ ਲੈ ਕੇ ਰੱਬ ਖੁਸ਼ ਹੋ ਜਾਏ, ਇਹ ਤਾਂ ਸਰੀਰ ਨੇ ਵੈਸੇ ਵੀ ਨਹੀਂ ਰਹਿਣਾ। ਤੇ ਜੇ ਖੁਸ਼ੀ ਮਿਲ ਜਾਏ ਗੁਰੂ ਦੀ ਇਦੂ, ਤਾਂ ਫਿਰ ਸਸਤਾ ਸੌਦਾ ਤਾਂ ਹੈ ਹੀ ਨਹੀਂ ਕੋਈ। ਫਿਰ ਵਧੀਆ ਤੋਂ ਵਧੀਆ ਘੋੜਾ ਤੇ ਵਧੀਆ ਤੋਂ ਵਧੀਆ ਸ਼ਾਸਤਰ ਲਿਆ ਕੇ ਭੇਟ ਕਰਦੇ। ਅਕਾਲ ਤਖਤ ਦੀ ਰਚਨਾ ਕਰਕੇ ਪ੍ਰਣ ਕੀਤਾ ਕਿ ਜਿਸ ਚੰਦੂ ਨੇ ਸੱਚੇ ਪਾਤਸ਼ਾਹ ਨੂੰ ਤਸੀਹੇ ਦਿੱਤੇ ਨੇ, ਜਿੰਨਾ ਚਿਰ ਉਹਦਾ ਸਿਰ ਕਲਮ ਨਹੀਂ ਕਰ ਦਿੰਦੇ, ਉਹਨਾਂ ਚਿਰ ਆਰਾਮ ਨਾਲ ਨਹੀਂ ਬੈਠਾਂਗੇ। ਪ੍ਰਣ ਕੀਤਾ। ਸਮਾਂ ਲੰਘਦਾ ਚਲਾ ਗਿਆ। ਜਿਉਂ-ਜਿਉਂ ਤਾਕਤ ਵੱਧਦੀ ਹੈ, ਤਿਉਂ-ਤਿਉਂ ਰਜਵਾੜਿਆਂ ਨੂੰ ਫਿਕਰ ਪੈਂਦਾ ਜਾਂਦਾ ਹੈ। ਘਰ ਵਿੱਚ ਹੀ ਬੜੇ ਵਿਰੋਧੀ ਸਨ। ਪ੍ਰਿਥੀ ਚੰਦ ਵਰਗਾ ਉਹਦਾ ਪੁੱਤਰ ਮਿਹਰਵਾਨ, ਘਰ ਦੇ ਵਿੱਚ ਹੀ ਬੜੀ ਵੱਡੀ ਬਗਾਵਤ ਸੀ। ਜਿਹੜਾ ਨਹੀਂ ਸੀ ਚਾਹੁੰਦਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਚੜ੍ਹਦੀ ਕਲਾ ਹੋਵੇ, ਫਿਰ ਉਹਨਾਂ ਦੇ ਪੁੱਤਰ ਹਰਗੋਬਿੰਦ ਦੀ ਚੜ੍ਹਦੀ ਕਲਾ ਦੇਖਣਾ ਨਹੀਂ ਸੀ ਚਾਹੁੰਦਾ। ਇਹਨਾਂ ਨੇ ਜਾ ਕੇ ਜਹਾਂਗੀਰ ਬਾਦਸ਼ਾਹ ਕੋਲ ਸ਼ਿਕਾਇਤ ਕੀਤੀ ਵੀ ਤੁਹਾਡੇ ਤਖਤ ਨਾਲੋਂ ਵਧੀਆ ਇੱਕ ਤਖਤ ਬਣਾਇਆ ਹੈ। ਤਖਤ ਤੇ ਬੈਠਦੇ ਨੇ, ਘੋੜੇ ਰੱਖਦੇ ਨੇ, ਸ਼ਾਸਤਰ ਵਿਦਿਆ ਸਿਖਾਈ ਜਾਂਦੀ ਹੈ। ਹੋਵੇ ਨਾ ਇੱਕ ਦਿਨ ਤੁਹਾਡੇ ਤਖਤ ਨੂੰ ਖਤਰਾ ਹੋ ਸਕਦਾ, ਉਹਨਾਂ ਨੂੰ ਹੁਣੇ ਹੀ ਪ੍ਰਬੰਧ ਕਰ ਲੈਣਾ ਚਾਹੀਦਾ ਹੈ। ਜੇ ਉਹ ਤਾਕਤ ਵਿੱਚ ਆ ਗਏ ਤਾਂ ਸ਼ਾਇਦ ਤੁਹਾਡਾ ਰਾਜ ਭਾਗ ਖੋ ਸਕਦੇ ਹੈ। ਪਰ ਗੁਰੂ ਦੀ ਤਾਂ ਇੱਛਾ ਹੀ ਨਹੀਂ ਹੈ। ਜਿੰਨੇ ਜੰਗ ਹੋਏ ਕਾਹਦੇ ਵਾਸਤੇ? ਧਰਮ ਵਾਸਤੇ, ਗਰੀਬਾਂ ਦੀ ਰੱਖਿਆ ਵਾਸਤੇ, ਮਜ਼ਲੂਮ ਤੇ ਗਊ ਦੀ ਰੱਖਿਆ ਵਾਸਤੇ। ਕੋਈ ਜੰਗ ਵੀ ਮਹਾਰਾਜ ਨੇ ਇਹੋ ਜਿਹਾ ਨਹੀਂ ਕੀਤਾ ਜਿਹਦੇ ਚ ਜਰ ਜੋਰੂ ਜ਼ਮੀਨ ਬਦਲੇ। ਸੱਚੇ ਪਾਤਸ਼ਾਹ ਤੋਂ ਪਹਿਲਾਂ ਜਿੰਨੇ ਜੰਗ ਹੋਏ ਨਾ ਦੁਨੀਆ ਦੇ, ਮਹਾਭਾਰਤ ਜੰਗ ਹੋਇਆ ਕੁਰਸ਼ੇਤਰ ਦੀ ਧਰਤੀ ਤੇ, 48 ਲੱਖ ਵੱਡਾ ਯੋਧਾ ਮਰਿਆ ਉੱਥੇ। 48 ਲੱਖ ਯੋਧੇ, ਕਰਨ ਵਰਗੇ, ਅਰਜਨ ਵਰਗੇ, ਭੀਸ਼ਮ ਪਿਤਾਮੇ ਵਰਗੇ ਬੜੇ, ਇੱਕ ਨਹੀਂ, ਇੱਕ ਦੂਜੇ ਤੋਂ ਚੜ੍ਹਦੀ ਕਲਾ ਵਾਲੇ ਇੰਨੇ ਹੋਏ। ਪਰ ਹੋਇਆ ਕਾਹਦੇ ਵਾਸਤੇ ਜੰਗ? ਧਰਮ ਵਾਸਤੇ ਨਹੀਂ। ਜਰ ਜੋਰੂ ਤੇ ਜ਼ਮੀਨ ਬਦਲੇ। ਜਿੰਨੇ ਵੀ ਜੰਗ ਹੋਏ ਨੇ ਵੱਡੇ ਵੱਡੇ, ਅੱਜ ਵੀ ਜੇ ਦੁਨੀਆ ਲੜ ਰਹੀ ਹੈ, ਰਾਜੇ ਲੜ ਰਹੇ ਨੇ, ਤੇ ਜਰ ਜੋਰੂ ਜ਼ਮੀਨ ਬਦਲੇ ਲੜ ਰਹੇ। ਧਰਮ ਵਾਸਤੇ ਤਾਂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਕਿਸੇ ਗਰੀਬ ਦੀ ਬਾਹ ਫੜੀ ਤੇ ਸੱਚੇ ਪਾਤਸ਼ਾਹ ਨੇ, ਕਿਸੇ ਡਿੱਗੇ ਹੋਏ ਨੂੰ ਉਠਾਇਆ, ਪਰਉਪਕਾਰ ਕੀਤਾ, ਬਰਾਬਰ ਖੜਾ ਕਰ ਦਿੱਤਾ, ਤਾਂ ਉਹ ਸੱਚੇ ਪਾਤਸ਼ਾਹ ਨੇ। ਇਸ ਕਰਕੇ ਚੰਦੂ ਦੇ ਮਨ ਵਿੱਚ ਰੜਕਦਾ ਸੀ ਇਹ ਕੰਮ, ਕਿਉਂਕਿ ਇਹਦੀ ਲੜਕੀ ਦਾ, ਧੀ ਦਾ ਰਿਸ਼ਤਾ ਵੀ ਛੱਡ ਦਿੱਤਾ ਸੰਗਤ ਦੇ ਕਹਿਣ ਤੇ। ਇਹਦੇ ਪ੍ਰੋਧ ਕਰਕੇ ਗਏ, ਪਰ ਜਦੋਂ ਗਏ ਦੇ ਦਰਬਾਰ ਵਿੱਚ, ਚੰਦੂ ਕਹਿੰਦਾ ਤੁਸੀਂ ਮਾੜੀ ਗੱਲ ਕੀਤੀ ਹੈ, ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਇਓ।
ਆਪਣੇ ਆਪ ਨੂੰ ਵੱਡਾ ਤੇ ਗੁਰੂ ਘਰ ਨੂੰ ਛੋਟਾ ਦੱਸਿਆ। ਗੁਰੂ ਦੀਆਂ ਸੰਗਤਾਂ ਨੇ ਪੱਤਰਕਾ ਭੇਜੀ ਕਿ ਮਹਾਰਾਜ ਜੀ ਦੇ ਦੁਸ਼ਟ ਦੀ ਲੜਕੀ ਦਾ ਰਿਸ਼ਤਾ ਮਨਜ਼ੂਰ ਨਹੀਂ ਕਰਨਾ। ਸਗਨ ਦੀ ਤਿਆਰੀ ਹੋ ਚੁੱਕੀ ਸੀ, ਪਰ ਜਦੋਂ ਪੱਤਰਕਾ ਆਈ ਮਹਾਰਾਜ ਕਹਿੰਦੇ ਨਹੀਂ, ਇਹ ਰਿਸ਼ਤਾ ਨਹੀਂ ਹੋ ਸਕਦਾ। ਮੇਰੀ ਸੰਗਤ ਦਾ ਹੁਕਮ ਹੈ, ਮੇਰੀ ਸੰਗਤ ਮੇਰੇ ਨਾਲੋਂ ਵੱਡੀ ਹੈ। ਮੈਂ 20 ਵਿਸਵੇ ਆ, ਮੇਰੀ ਸੰਗਤ 21 ਵਿਸਵੇ। ਪਰ ਇਹ ਗੱਲ ਗੁਰੂ ਕਹਿ ਸਕਦਾ ਹੈ, ਸਿੱਖ ਨਹੀਂ ਕਹਿ ਸਕਦਾ ਵੀ ਅਸੀਂ ਵੱਡੇ ਆ, ਗੁਰੂ ਸਾਡਾ ਛੋਟਾ ਹੈ। ਬਾਣੀ 'ਚ ਮਹਾਰਾਜ ਕਹਿੰਦੇ ਗੁਰੂ ਤਾਂ ਉਹ ਚੀਜ਼ ਹੈ ਜਿਵੇਂ ਸਮੁੰਦਰ ਹੁੰਦਾ ਹੈ, ਆਪਾਂ ਨਦੀਆਂ ਵਰਗੇ ਆ। ਬਾਣੀ 'ਚ ਮਹਾਰਾਜ ਕਹਿੰਦੇ ਗੁਰੂ ਸਮੁੰਦ ਨਦੀ ਸਭ ਸਿੱਖੀ, ਨਹਾਤਾ ਹੈ ਜਿਤ ਵਡਿਆਈ। ਗੁਰੂ ਤਾਂ ਸਮੁੰਦਰ ਹੈ, ਸਿੱਖ ਨਦੀ ਰੂਪ ਹੈ। ਸਮੁੰਦਰ 'ਚ ਲੱਖਾਂ ਨਦੀਆਂ ਪੈ ਜਾਣ, ਉਹਦੇ 'ਚੋਂ ਛਾਲਾ ਨਹੀਂ ਆਉਂਦਾ। ਲੱਖਾਂ ਨਦੀਆਂ ਨਿਕਲ ਜਾਣ, ਉਹਦੇ 'ਚ ਘਾਟਾ ਨਹੀਂ ਪੈਂਦਾ ਹੈ। ਗੁਰੂ ਤਾਂ ਉਹ ਸਮਰੱਥ ਤਾਕਤ ਹੈ, ਸਰਬ ਕਲਾ ਸਮਰੱਥ, ਜਿਹਦੇ 'ਚ ਕੋਈ ਘਾਟਾ ਨਹੀਂ ਹੈ। ਇਸ ਕਰਕੇ ਮਹਾਰਾਜ ਨੇ ਜਵਾਬ ਦਿੱਤਾ ਉਸੇ ਗੱਲ ਦੀ ਜਿਹੜਾ ਇਹਦੇ ਮਨ 'ਚ। ਪ੍ਰੀਤੀ ਚੰਦ ਨਾਰ ਲਾ ਲਿਆ ਮਿਹਰਬਾਨ, ਕਿਉਂਕਿ ਇਹੋ ਜਿਹੇ ਬੜੇ ਰਲ ਜਾਂਦੇ। ਸੰਗਤ ਕਰਨ ਵਾਲੇ, ਨਾਮ ਜਪਣ ਵਾਲੇ, ਚੰਗੇ ਕਰਮ ਕਰਨ ਵਾਲੇ, ਉਹ ਤਾਂ ਬੜੇ ਘੱਟ ਹੁੰਦੇ ਹਨ। ਆ ਗੁਰਮੁਖਾਂ ਨੇ ਉਦਮ ਕੀਤਾ ਹੋਣਾ, ਪਰ ਕਈ ਹੋਣੇ ਨੇ ਜਿਨ੍ਹਾਂ ਨੂੰ ਇਹ ਚੰਗੀ ਨਹੀਂ। ਉਹ ਰਲ ਰਲ ਕੇ ਕੀ ਕਰਦੇ ਹੋਣਗੇ? ਮਹਾਰਾਜ ਕਹਿੰਦੇ ਦੁਸ਼ਟ ਚੌਂਕੜੀ ਸਦਾ ਕੂੜ ਕਮਾਵੇ, ਨਾ ਬੂਝੈ ਵਿਚਾਰੇ, ਨਿੰਦਾ ਦੁਸ਼ਟੀ ਤੇ ਕਿਨ ਫਲ ਪਾਇਆ, ਹਰਨਾਕਸ਼ ਨਖੈ ਵਿਧਾਰੇ। ਉਹ ਚੌਂਕੜੀਆਂ 'ਚ ਬਹਿ ਬਹਿ ਕੇ ਫਿਰ ਨਿੰਦਿਆ ਕਰਦੇ ਨੇ। ਉਹਨਾਂ ਦਾ ਕਰਮ ਹੀ ਭਾਈ ਇਹੀ ਬਣ ਜਾਂਦਾ ਹੈ। ਆਪਾਂ ਗੁਰੂ ਦੇ ਨਾਮ ਦੇ ਵਣਜ ਕਰਦੇ ਆਂ, ਧਨ ਇਕੱਠਾ ਕਰਦੇ ਆਂ, ਤੇ ਉਹ ਫਿਰ ਕੂੜ ਦੀ ਕਮਾਈ ਇਕੱਠੀ ਕਰਦੇ ਹਨ। ਨਿੰਦਕ ਕਰਦੇ ਨੇ ਜੀ ਕੂੜ ਦੀ ਕਮਾਈ, ਦੁਸ਼ਟਾਂ ਦੀ ਸਭਾ ਬੈਠ ਕੇ। ਨਿੰਦਕ ਕਰਦੇ ਨੇ ਜੀ ਕੂੜ ਦੀ ਕਮਾਈ, ਦੁਸ਼ਟਾਂ ਦੀ ਸਭਾ ਬੈਠ ਕੇ। ਨਿੰਦਕ ਕਰਦੇ ਨੇ ਜੀ ਕੂੜ ਦੀ ਕਮਾਈ, ਦੁਸ਼ਟਾਂ ਦੀ ਸਭਾ ਬੈਠ ਕੇ। ਕਰਦੇ ਨੇ ਜੀ ਕੂੜ ਦੀ ਕਮਾਈ, ਦੁਸ਼ਟਾਂ ਦੀ ਸਭਾ ਬੈਠ ਕੇ। ਦੁਸ਼ਟ ਚੌਂਕੜੀ ਸਦਾ ਕੂੜ ਕਮਾਵੇ, ਨਾ ਬੂਝੈ ਵਿਚਾਰੇ। ਨਿੰਦਾ ਦੁਸ਼ਟੀ ਤੇ ਕਿਨ ਫਲ ਪਾਇਆ, ਹਰਨਾਕਸ਼ ਨਖੈ ਵਿਧਾਰੇ। ਬੜਿਆਂ ਨੇ ਦੇਖ ਲਿਆ ਅੜ ਕੇ, ਹਰਨਾਕਸ਼ ਨੇ ਆਪਣੇ ਪੁੱਤਰ ਨਾਲ ਹੀ ਬੈਰ ਵਿੱਢ ਲਿਆ। ਫਿਰ ਰਾਖੀ ਕਿਹਦੀ ਹੋਈ? ਪੁੱਤਰ ਦੀ ਰਾਖੀ ਹੋਈ। ਤੇ ਜਿਹੜਾ ਵਕੀਲੀ ਕਰਨ ਵਾਲਾ ਸੀ, ਅੱਜ ਤੱਕ ਉਹਨੂੰ ਯਾਦ ਕੀਤਾ ਜਾਂਦਾ। ਜਿੰਨਾ ਚਿਰ ਦੁਨੀਆ ਰਹੇਗੀ
ਦੁਨੀਆ ਤੋਂ ਬਾਅਦ ਵੀ ਉਹਨੂੰ ਦੁਸ਼ਟੀ ਕਿਹਾ ਜਾਏਗਾ। ਆਪਾਂ ਰੋਜ਼ ਪੜ੍ਹਦੇ ਆ ਨਾ, ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ, RAM ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਇੰਨੀ ਬੰਦਗੀ ਕਰਨ ਵਾਲਾ, ਇੰਨੇ ਵਰ ਲੈਣ ਵਾਲਾ ਜਦੋਂ ਹੰਕਾਰੀ ਹੋ ਗਿਆ, ਮਹਾਰਾਜ ਨੇ ਉਹਨੂੰ ਦੁਸ਼ਟ ਕਹਿ ਦਿੱਤਾ ਬਾਣੀ 'ਚ। ਜਿਹੜਾ ਭਰੋਸਾ ਰੱਖਣ ਵਾਲਾ, ਉਹਦਾ ਪੁੱਤਰ ਸਕਾ। ਬੜੇ ਯਤਨ ਕੀਤੇ ਮਾਰਨ ਵਾਸਤੇ, ਪਰ ਕੱਖ ਨਹੀਂ ਵਿਗਾੜ ਸਕਿਆ। ਇਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਵਿਗਾੜ ਕੁਛ ਨਹੀਂ ਸਕਣਾ ਹੈ। ਨਿੰਦਾ ਦਾ ਵਿਗਾੜਿਆ ਕਦੇ ਕੋਈ ਪਤਾ ਲੱਗਿਆ ਵੀ ਫਲਾਣਾ ਗੁਰਸਿੱਖ ਨੂੰ ਜਾਂ ਕਿਸੇ ਸੰਤ ਮਹਾਤਮਾ ਨੂੰ ਨਿੰਦਕ ਨੇ ਵਿਗਾੜ ਦਿੱਤਾ ਕੁਛ? ਪਰ ਰੱਬ ਦੇ ਪਿਆਰੇ ਨਿੰਦਕ ਨਾਲ ਜ਼ਿਆਦਾ ਪ੍ਰੇਮ ਕਰਦੇ, ਸੇਵਕ ਨਾਲੋਂ ਜ਼ਿਆਦਾ ਕਰਦੇ। ਭਗਤ ਕਬੀਰ ਜੀ ਦਾ ਇੱਕ ਦਿਨ ਨਿੰਦਕ ਚੜ੍ਹਾਈ ਕਰ ਗਿਆ ਤੇ ਨੇਤਰ ਭਰ ਆਏ। ਸੇਵਕ ਕਹਿੰਦੇ, ਸੱਚੇ ਪਾਤਸ਼ਾਹ ਭਗਤ ਜੀ, ਤੁਹਾਡੇ ਏਡੇ ਏਡੇ ਪ੍ਰੇਮ ਰੱਖਣ ਵਾਲੇ ਚੜ੍ਹਾਈ ਕਰਕੇ ਤੁਹਾਡੇ ਅੱਖਾਂ ਚੋਂ ਕਦੇ ਪਾਣੀ ਨਹੀਂ ਸੀ ਆਇਆ, ਪਰ ਅੱਜ ਤੁਹਾਡੀ ਨਿੰਦਿਆ ਕਰਨ ਵਾਲਾ ਇੱਕ ਚੜ੍ਹਾਈ ਕਰ ਗਿਆ ਤੇ ਤੁਹਾਡੇ ਨੇਤਰਾਂ ਚੋਂ ਜਲ, ਇਹ ਕੀ ਕਾਰਨ? ਭਗਤ ਕਬੀਰ ਜੀ ਕਹਿੰਦੇ, ਅਸਲੀ ਮਿੱਤਰ ਮਰ ਗਿਆ ਸਾਡਾ। ਉਹ ਸਾਡਾ ਮਿੱਤਰ ਸੀ, ਮਾਰੇ ਉਹ ਤਾਂ ਨਿੰਦਿਆ ਕਰਦਾ ਹੁੰਦਾ ਸੀ ਤੁਹਾਡੀ। ਹੁਣ ਬਾਣੀ 'ਚ ਸੱਚੇ ਪਾਤਸ਼ਾਹ ਕਹਿੰਦੇ, ਨਿੰਦਾ ਕਰੇ ਸੋ ਹਮਾਰਾ ਮੀਤ, ਨਿੰਦਕ ਮਾਹੇ ਹਮਾਰਾ ਚੀਤ, ਨਿੰਦਕ ਸੋ ਜੋ ਨਿੰਦਾ ਹੋ ਰਹਿ, ਹਮਾਰਾ ਜੀਵਨ ਨਿੰਦਕ ਲੋ ਰਹਿ। ਨਿੰਦਾ ਹਮਰੀ ਪ੍ਰੇਮ ਪਿਆਰ, निंदा हमरा करे उधार, जन कबीर को निंदा सार, निंदक डूबा हम उतरे पार। पहला तो रब दा प्यारा गलती करदा नहीं, जे अनजाने च हो जाए फिर निंदक इस तरह मैल साफ करदा जिवें मां अपने पुत्र दी मैल अपने हाथ नाल साफ करदी है ना, निंदक अपनी जबान नाल साफ करदा है। ਤਾਂ ਹੀ ਮਹਾਰਾਜ ਨੇ ਕਿਹਾ ਵੀ ਨਿੰਦਾ ਭਲੀ ਕਿਸੇ ਦੀ ਨਾਹੀ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤੇ ਨਾ ਨਿੰਦਕਾਂ, ਨਰਕੇ ਘੋਰ ਪਵਨ। ਪਰ ਹਟਦੇ ਨਹੀਂ ਆਪਾਂ। ਜਿਹਦੀ ਗੱਲ ਦਾ ਪਤਾ ਵੀ ਨਹੀਂ ਨਾ ਹੁੰਦਾ ਤੇ ਮੂੰਹ ਜੋੜ ਜੋੜ ਕੇ ਗੱਲਾਂ ਕਰਦੇ ਆ। ਪਤਾ ਨਹੀਂ ਹੁੰਦਾ ਵੀ ਹੋਇਆ ਵੀ ਹੈ ਕਿ ਨਹੀਂ ਹੋਇਆ ਕੁਛ। ਇੱਕ ਤੋਂ ਸੁਣੀ ਅੱਗੇ ਦੋ ਚਾਰ ਲਾ ਕੇ ਹੋਰ ਸੁਣਾ ਦਿੱਤੀਆਂ। ਨਿੰਦਿਆ ਕਹਿੰਦੇ ਨੇ ਕਿਸੇ ਸਾਧ ਨੂੰ ਨਿੰਦਕ ਕਹੀ ਜਾਣਾ ਤੇ ਨਿੰਦਕ ਨੂੰ ਸਾਧ ਕਹੀ ਜਾਣਾ। ਸੱਚ ਦੀ ਨਿੰਦਿਆ ਨਹੀਂ ਹੁੰਦੀ, ਕਿਸੇ ਨੂੰ ਸੱਚੀ ਗੱਲ ਕਹੋ ਕੋਈ ਨਿੰਦਿਆ ਨਹੀਂ ਹੈ। ਮਾੜੇ ਨੂੰ ਚੰਗਾ ਤੇ ਚੰਗੇ ਨੂੰ ਮਾੜਾ ਕਹਿਣਾ ਹੀ ਨਿੰਦਿਆ। ਤੇ ਕੋਈ ਬਚਿਆ ਹੋਣਾ ਵਿਰਲਾ ਜਿਹੜਾ ਇਹ ਨਹੀਂ ਕਰਦਾ ਹੈ। ਆਪਾਂ ਕਹਿੰਦੇ ਆ ਰੱਬ ਨੇ ਸੁੱਖ ਨਹੀਂ ਦਿੱਤਾ, ਅਸੀਂ ਤੇ ਮਾੜਾ ਕੰਮ ਹੀ ਨਹੀਂ ਕੀਤਾ। ਮਹਾਰਾਜ ਕਹਿੰਦੇ ਸਭ ਤੋਂ ਮਾੜਾ ਤੇ ਰੋਜ਼ ਕਰਦਾ ਇਹਨੂੰ, ਜਿਹਦੀ ਦਵਾਈ ਨਹੀਂ ਹੈ। ਬਾਣੀ ਚ ਮਹਾਰਾਜ ਕਹਿੰਦੇ ਅਵਖਦ ਸਭੇ ਕੀਤੇ ਹਨ, ਨਿੰਦਕ ਕਾ ਦਾਰੂ ਨਾ ਹੈ। ਆਪ ਭਲਾਏ ਨਾਨਕਾ ਪਚ ਪਚ ਜੂਨੀ ਪਾਏ। ਸਾਰੀਆਂ ਚੀਜ਼ਾਂ ਦੀ ਬਿਮਾਰੀਆਂ ਦੀ ਦਵਾਈ ਹੈ, ਪਰ ਨਿੰਦਕ ਦੀ ਕੋਈ ਬਿਮਾਰੀ ਦਵਾਈ ਨਹੀਂ ਹੈ ਜਿਹੜੀ ਬਿਨਾਂ ਵਜ੍ਹਾ ਤੋਂ ਕਰ ਰਹੇ। ਪਰ ਉਹਨਾਂ ਦੀ ਡਿਊਟੀ ਲਾਈ ਹੈ ਰੱਬ ਨੇ। ਹੁਣ ਹੈ ਤਾਂ ਉਹ ਵੀ ਗੁਰੂ ਰਾਮਦਾਸ ਮਹਾਰਾਜ ਦਾ ਹੀ ਪੁੱਤਰ ਹੈ, ਨਾਲੇ ਵੱਡਾ ਹੈ। ਪਰ ਜਿੰਨਾ ਚਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਰਹੇ ਜਾਂ ਫਿਰ ਸੱਚੇ ਪਾਤਸ਼ਾਹ ਦਾ ਜਨਮ ਹੋਇਆ, ਫਿਰ ਕਿਹੜਾ ਕੰਮ ਨਹੀਂ ਕੀਤਾ ਹੈ। ਦਹੀਂ ਵਿੱਚ ਜ਼ਹਿਰ ਪਾ ਕੇ, ਫਿਰ ਸੱਪ ਛੱਡ ਕੇ, ਪਤਾ ਨਹੀਂ ਕਿੰਨੇ ਕੁ ਵੇਲਣੇ ਵੇਲੇ, ਪਰ ਕੀ ਵਿਗਾੜਿਆ। ਉਹ ਤਾਂ ਆਪ ਹੀ ਪਰਮੇਸ਼ਰ ਸੀ। ਬਾਣੀ ਤਾਂ ਮਹਾਰਾਜ ਕਹਿੰਦੇ ਜਿਹਦੇ ਉੱਤੇ ਹੱਥ ਰੱਖਦੇ ਨਾ ਪਰਮੇਸ਼ਰ, ਦੁਨੀਆ ਉਹਦਾ ਕੱਖ ਨਹੀਂ ਵਿਗਾੜ ਸਕਦੀ। ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ। ਬਸ ਉਹਨੂੰ ਭਰੋਸਾ ਹੋਣਾ ਚਾਹੀਦਾ, ਫਿਰ ਦੁੱਖ ਨੇੜੇ ਨਹੀਂ ਆਉਣ ਦਿੰਦਾ। ਪਰ ਇਹ ਤਾਂ ਨਿਰਾਕਾਰ ਵਾਹਿਗੁਰੂ ਦਾ ਸਰੂਪ ਨੇ। ਇਹਨਾਂ ਨੇ ਜਾ ਕੇ ਫਿਰ ਬੜੀਆਂ ਸ਼ਿਕਾਇਤਾਂ ਲਾਈਆਂ, ਹੁਣੇ ਹੀ ਪ੍ਰਬੰਧ ਕਰ ਲਓ, ਜੇ ਕਿਤੇ ਤਾਕਤ ਚ ਆ ਗਏ ਫਿਰ ਤੁਹਾਡਾ ਰਾਜ ਭਾਗ ਖਤਮ ਹੋ ਜਾਣਾ। ਇਹਨੇ ਵਜ਼ੀਰ ਖਾਨ ਨੂੰ ਭੇਜਿਆ ਵੀ ਜਾਓ ਬੁਲਾ ਕੇ ਲਿਆਓ।
ਪਰ ਸੰਗਤਾਂ ਦੇ ਮਨ ਵਿੱਚ ਭੈ ਪੈਦਾ ਹੋ ਗਿਆ ਵੀ ਅੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬੁਲਾਇਆ, ਇਹਨਾਂ ਨੇ ਸ਼ਹੀਦ ਕਰ ਦਿੱਤਾ। ਪਰ ਕਿਤੇ ਇਹ ਨਾ ਹੋਵੇ ਮਹਾਰਾਜ ਨੂੰ ਬੁਲਾ ਕੇ ਕੋਈ ਇਹੋ ਜਿਹੀ ਅਨਸੁਖਾਵੀ ਘਟਨਾ ਨਾ ਕਰ ਦੇਣ। ਪਰ ਮਹਾਰਾਜ ਨੇ ਭਰੋਸਾ ਦਿੱਤਾ, ਨਹੀਂ ਐਸਾ ਨਹੀਂ ਕੁਛ ਹੋਵੇਗਾ। ਮਹਾਰਾਜ ਗਏ, ਦਰਬਾਰ ਵਿੱਚ ਹੁਕਮ ਨਹੀਂ ਸੀ ਕੋਈ ਕਲਗੀ ਲਾ ਕੇ ਘੋੜੇ ਤੇ ਸਵਾਰ ਹੋ ਕੇ ਜੋੜਾ ਪਾ ਕੇ ਚਲਾ ਜਾਏ ਉਹਨਾਂ ਦੇ ਦਰਬਾਰ 'ਚ। ਪਰ ਜਦੋਂ ਸੱਚੇ ਪਾਤਸ਼ਾਹ ਜਹਾਂਗੀਰ ਨੂੰ ਮਿਲੇ, ਘੋੜੇ ਤੇ ਸਵਾਰ ਹੋ ਕੇ, ਕਲਗੀ ਲੱਗੀ ਹੋਈ ਹੈ, ਜੋੜਾ ਪਾਇਆ ਹੋਇਆ ਹੈ, ਤੇ ਜਾ ਕੇ ਦਰਬਾਰ ਦੇ ਵਿੱਚ ਉਤਰੇ ਸਨ, ਕਿਉਂਕਿ ਸੱਚੇ ਪਾਤਸ਼ਾਹ ਸਨ, ਰਾਜਿਆਂ ਦੇ ਮਹਾਰਾਜੇ ਸਨ, ਦੁਨੀਆ ਦੇ ਝੂਠੇ ਰਾਜੇ ਨੇ, ਪਰ ਗੁਰੂ ਨਾਨਕ ਸਾਹਿਬ ਦੇ ਬਖਸ਼ੇ ਹੋਏ ਸੱਚੇ ਰਾਜੇ। ਇਹ ਦੁਨੀਆ ਦਾ 4 ਕੁ ਦਿਨਾਂ ਦਾ, ਜਦੋਂ ਕੁਰਸੀ ਚਲੀ ਗਈ ਫਿਰ ਵਡਿਆਈ ਵੀ ਤੁਰ ਜਾਂਦੀ ਹੈ, ਪਰ ਜਿਹੜਾ ਨਾਮ ਜਪਣ ਵਾਲਾ ਉਹਦੀ ਵਡਿਆਈ ਖਤਮ ਨਹੀਂ ਹੁੰਦੀ। ਜੇ ਉਹ ਸਰੀਰ ਕਰਕੇ ਚਲਾ ਵੀ ਜਾਏ ਨਾ, ਜਿੰਨਾ ਚਿਰ ਦੁਨੀਆ ਰਹੇਗੀ ਉਹਦੀ ਵਡਿਆਈ ਵੱਧਦੀ ਹੋ ਚਲੀ ਜਾਏਗੀ, ਘਟੇਗੀ ਨਹੀਂ। ਇਹਨਾਂ ਮਾਇਆ ਧਾਰੀਆਂ ਦੀ ਉਹਨਾਂ ਕੁ ਚਿਰ ਹੈ ਜਿੰਨਾ ਕੁ ਚਿਰ ਇਹਨਾਂ ਕੋਲ ਮਾਇਆ ਹੈ। ਅੱਜ ਇਹਨਾਂ ਤੋਂ ਕੁਰਸੀਆਂ ਖੋਲੀਆਂ ਪੁੱਛਦਾ ਇਹਨਾਂ ਕੋਈ ਵਿਚਾਰਾ ਜੇਲ੍ਹ 'ਚ ਤੁਰਿਆ ਫਿਰਦਾ, ਕੋਈ ਕਿਤੇ ਤੁਰਿਆ ਫਿਰਦਾ, ਪੁੱਛਦਾ ਕੋਈ? ਉਹਨਾਂ ਕੁ ਚਿਰ ਸੀ ਜਿੰਨਾ ਚਿਰ ਇਹਨਾਂ ਕੋਲ ਪਦਵੀਆਂ ਸਨ, ਬਾਅਦ 'ਚ ਕਿਸੇ ਨੇ ਪੁੱਛਿਆ ਇਹਨਾਂ। ਪਰ ਜਿਹੜੇ ਰੱਬ ਦੇ ਪਿਆਰੇ ਨੇ, ਬੰਦਗੀ ਕਰਨ ਵਾਲੇ, ਨਾਮ ਜਪਣ ਵਾਲੇ, ਜਿੰਨਾ ਚਿਰ ਦੁਨੀਆ ਰਹੇਗੀ ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਕੇ ਜਗਤ ਮੈਂ ਕਿਨ ਜਪਿਓ ਗੁਰਮਨ। ਮਹਾਰਾਜ ਨਾਲ ਵਿਚਾਰ ਵਟਾਂਦਰਾ ਕੀਤਾ ਇਹਨੇ। ਜਦ ਸੁਣਿਆ ਮਹਾਰਾਜ ਦੇ ਵਿਚਾਰ, ਫਿਰ ਇਹਨੇ ਦੇਖਿਆ ਵੀ ਇਹ ਝੂਠ ਬੋਲਦੇ। ਮਹਾਰਾਜ ਪ੍ਰੇਮ ਕਰਨ ਲੱਗੇ, ਜਹਾਂਗੀਰ ਬਾਦਸ਼ਾਹ ਪ੍ਰੇਮ ਕਰਦਾ ਹੈ ਮਹਾਰਾਜ ਨਾਲ। ਇਹ ਗੱਲ ਹੁਣ ਨਾ ਤਾਂ ਪ੍ਰਿਥੀ ਚੰਦ ਨੂੰ ਚੰਗੀ ਲੱਗੀ ਤੇ ਨਾ ਹੀ ਚੰਦੂ ਨੂੰ। ਇਹ ਸੋਚਦੇ ਨੇ ਹੁਣ ਕਿਵੇਂ ਹੋ ਸਕਦਾ ਹੈ। ਫਿਰ ਇਹਨਾਂ ਜੋਤਸ਼ੀ ਰੱਖੇ ਹੁੰਦੇ ਸੀ ਰਾਜੇ ਮਹਾਰਾਜਿਆਂ ਨੇ, ਜਿਹੜਾ ਕੰਮ ਕਰਨਾ ਇਹਨੂੰ ਪੁੱਛ ਕੇ ਕਰਦੇ ਹੁੰਦੇ ਸੀ। ਉਹਨੂੰ ਕੋਲ ਬੁਲਾ ਕੇ ਲਾਲਚ ਦਿੱਤਾ, ਅੱਜ ਜਦ ਤੂੰ ਜਾਏਗਾ ਨਾ ਦਰਬਾਰ 'ਚ, ਇਹੋ ਜਿਹਾ ਮੂੰਹ ਬਣਾ ਕੇ ਬੈਠੀ, ਰਾਜਾ ਪੁੱਛੇਗਾ ਤੈਨੂੰ ਵੀ ਕੀ ਗੱਲ, ਤੇ ਤੂੰ ਕਹਿ ਦੀ ਰਾਜਨ ਤੇਰੇ ਤੇ 66 ਸਤੀ ਚੜੀ ਹੋਈ ਹੈ। ਇਹਦੇ ਵਾਸਤੇ ਕੋਈ ਧਰਮਾਤਮਾ ਪੁਰਸ਼ ਗਵਾਲੀਅਰ ਦੇ ਕਿਲੇ ਵਿੱਚ ਬਹਿ ਕੇ ਬੰਦਗੀ ਕਰੇ ਤੁਹਾਡੇ ਨਿਮਿਤ, ਫਿਰ ਤੁਹਾਡੀ 66 ਸਤੀ ਟਲ ਸਕਦੀ ਹੈ। ਇਸ ਤਰ੍ਹਾਂ ਹੀ ਕੀਤਾ ਉਹਨੇ। ਜਾ ਕੇ ਕਹਿਣ ਲੱਗਾ ਜੀ ਤੁਹਾਡੇ ਤੇ 66 ਸਤੀ ਚੜੀ ਹੋਈ ਹੈ, ਪਰ ਤੁਹਾਡੇ ਕਰਮ ਚੰਗੇ ਨੇ। ਤੁਹਾਡੇ ਕੋਲ ਗੁਰੂ ਨਾਨਕ ਸਾਹਿਬ ਦੀ 6ਵੀਂ ਜੋਤ ਗੁਰੂ ਹਰਗੋਬਿੰਦ ਮਹਾਰਾਜ ਆਏ ਹੋਏ, ਉਹਨਾਂ ਤਾਂ ਸਿਮਰਨ ਹੀ ਕਰਨਾ, ਬਾਣੀ ਪੜ੍ਹਨੀ ਹੈ। ਗਵਾਲੀਅਰ ਦੇ ਕਿਲੇ 'ਚ ਭੇਜ ਦਿਓ, ਤੁਹਾਡੀ 66 ਸਤੀ ਟਲ ਜਾਏਗੀ। ਮਹਾਰਾਜ ਨੂੰ ਬੁਲਾ ਲਿਆ। ਕਹਿਣ ਲੱਗਾ ਮਹਾਰਾਜ ਤੁਸੀਂ ਤਾਂ ਬੰਦਗੀ ਹੋਈ ਕਰਨੀ ਹੈ, ਜੰਗਲ ਵਿੱਚ ਹੋਇਆ, ਬੀਆਬਾਨ 'ਚ ਹੋਇਆ, ਜਾਂ ਕਿਸੇ ਕਿਲੇ 'ਚ ਹੋਇਆ। ਮਹਾਰਾਜ ਕਹਿੰਦੇ ਗੱਲ ਦੱਸ ਕੀ ਹੈ ਵਿੱਚੋਂ। ਕਹਿੰਦਾ ਜੀ ਮੇਰੇ ਜੋਤਸ਼ੀ ਨੇ ਦੱਸਿਆ ਵੀ ਮੇਰੇ ਤੇ 66 ਸਤੀ ਹੈ। ਮਹਾਰਾਜ ਜਾਣ ਗਏ ਸਾਰਾ ਕੁਝ। ਮਹਾਰਾਜ ਕਹਿੰਦੇ ਹਾਂ ਜਹਾਂਗੀਰ 66 ਸਤੀ ਤਾਂ ਹੈ, ਇਸੇ ਵਾਸਤੇ ਹੀ ਆਇਆ, ਲਾਉਣ ਵਾਸਤੇ ਹੀ, ਪਰ ਤੇਰੇ ਤੇ ਨਹੀਂ ਹੈ, ਕਿਸੇ ਹੋਰ ਤੇ ਚੜੀ ਹੋਈ ਹੈ। ਜਿੰਨਾ ਚਿਰ ਲੈਂਦੀ ਨਹੀਂ ਨਾ ਉਹਨਾਂ ਚਿਰ ਇੱਥੋਂ ਜਾਂਦੇ ਨਹੀਂ। 66 ਸਤੀ ਲਾ ਕੇ ਜਾਵਾਂਗੇ, ਜੇ ਤੂੰ ਕਹਿਣਾ ਫਿਰ ਚਲੇ ਜਾਵਾਂਗੇ। ਗਵਾਲੀਅਰ ਦੇ ਕਿਲੇ ਜਿੱਥੇ 52 ਰਾਜੇ ਹੋਰ ਵੀ ਨੇ, ਪਰ ਜਿਨ੍ਹਾਂ ਨੂੰ ਛਡਾਇਆ ਸੱਚੇ ਪਾਤਸ਼ਾਹ ਨੇ। 52 ਰਾਜੇ ਜਿਨ੍ਹਾਂ ਦੀ ਜ਼ਿੰਦਗੀ ਨਰਕ ਬਣੀ ਹੋਈ ਹੈ, ਛਕਣ ਵਾਸਤੇ ਬਹੁਤ ਕੰਮ ਦਿੰਦਾ ਹੈ, ਬੰਨੇ ਹੋਏ ਨੇ, ਅਜੇ ਵੀ ਉਹ ਥੰਮਲੇ ਨੇ। ਜਿਹੜੀਆਂ ਸੰਗਤਾਂ ਗਈਆਂ ਉਹਨਾਂ ਦਰਸ਼ਨ ਕੀਤੇ ਹੋਣਗੇ। ਉਹਨਾਂ ਨਾਲ ਸੰਗਲ ਬੰਨ ਕੇ ਬੰਨ ਦਿੱਤਾ। ਪਰ ਜਦੋਂ ਸੱਚੇ ਪਾਤਸ਼ਾਹ ਨੇ ਮੁਬਾਰਕ ਚਰਨ ਪਾਏ, ਉਹ ਜਗ੍ਹਾ ਪੂਜਣ ਯੋਗ ਬਣਾ ਦਿੱਤੀ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ।
ਦੋਵੇਂ ਟਾਈਮ ਕਥਾ ਕੀਰਤਨ ਹੁੰਦਾ, ਸਵਰਗ ਬਣ ਗਿਆ। ਬੈਕੁੰਠ ਤਾਂ ਬੈਕੁੰਠ ਜੈ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਹੇ। ਉਹ ਬੈਕੁੰਠ ਧਾਮ ਹੈ ਜਿੱਥੇ ਗੁਰੂ ਦੀ ਜਸ ਹੁੰਦਾ ਹੈ, ਕੀਰਤਨ ਹੁੰਦਾ ਹੈ, ਵਡਿਆਈ ਨਾਮ ਜਪਿਆ ਜਾਂਦਾ। ਉਹ ਬੈਕੁੰਠ ਤੋਂ ਘੱਟ ਨਹੀਂ ਹੈ। ਬੈਕੁੰਠ ਵਿੱਚ ਵੀ ਇਹੀ ਚੀਜ਼ ਹੈ ਜਿੱਥੇ ਆਪਾਂ ਬੈਠੇ ਹਾਂ, ਇਹ ਬੈਕੁੰਠ ਤੋਂ ਵੀ ਉੱਤੇ ਹੈ। ਜਿਹਨੇ ਆ ਬੈਕੁੰਠ 'ਚ ਨਹੀਂ ਨਾ ਹਾਜ਼ਰੀ ਲਵਾਈ, ਉਹਨੂੰ ਅਗਲੇ ਬੈਕੁੰਠ 'ਚ ਜਗ੍ਹਾ ਨਹੀਂ ਮਿਲਣੀ ਹੈ। ਜੇ ਅਗਲੇ ਬੈਕੁੰਠ 'ਚ ਜਾਣਾ, ਫਿਰ ਪਹਿਲਾਂ ਆ ਬੈਕੁੰਠ 'ਚ ਆਉਣਾ ਪੈਣਾ, ਗੁਰੂ ਦੀ ਸੰਗਤ ਰੂਪੀ ਬੈਕੁੰਠ 'ਚ। ਇੱਥੋਂ ਫਿਰ ਮੋਹਰ ਲੱਗੇਗੀ ਅੱਗੇ ਜਾਣ ਦੀ। ਜਿਨ੍ਹਾਂ ਦੀ ਜ਼ਿੰਦਗੀ ਸਾਰੀ ਉਮਰ ਭਟਕਦੇ ਰਹਿੰਦੇ ਹੈ, ਨਾ ਸਿਮਰਨ ਕਰਦੇ ਹੈ, ਤੇ ਜਦੋਂ ਅੰਤਮ ਸਮਾਂ ਹੁੰਦਾ ਹੈ, ਫਿਰ ਭਾਈਆਂ ਜੀ ਤੋਂ ਅਰਦਾਸ ਕਰਾਉਂਦੇ ਆ ਗੁਰੂ ਕੇ ਵਜ਼ੀਰਾਂ ਤੋਂ। ਉਹਨਾਂ ਦੀ ਤਾਂ ਡਿਊਟੀ ਉਹਨਾਂ ਦਾ ਕਰ ਦੇਣੀ ਹੈ। ਸਾਰੀ ਉਮਰ ਸ਼ਰਾਬ ਪੀ ਪੀ ਕੇ ਮਰ ਗਿਆ ਤੇ ਕਹਿਣ ਲੱਗ ਜਾਂਦੇ ਨੇ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਉਹ ਦਰਗਹਿ ਨਹੀਂ ਚੱਲਿਆ, ਘੋਰ ਨਰਕਾਂ ਨੂੰ ਚੱਲਿਆ। ਉਹਨੂੰ ਕਿੰਨੇ ਵੜਨ ਦੇਣਾ ਦਰਗਾਹ 'ਚ? ਜੇ ਦਰਗਾਹ 'ਚ ਜਾਣਾ, ਫਿਰ ਇੱਥੇ ਹਾਜ਼ਰੀ ਲਵਾਉਣੀ ਪਏਗੀ। ਇਹ ਦਰਗਾਹ ਦੀ ਗੁਰੂ ਵਾਲਾ ਬਣ ਕੇ ਅੰਮ੍ਰਿਤਧਾਰੀ ਹੋ ਕੇ ਜਦੋਂ ਹਾਜ਼ਰੀ ਲਵਾਓਗੇ, ਫਿਰ ਅਗਲੀ ਵੀ ਦਰਗਾਹ ਦੀ ਹਾਜ਼ਰੀ ਲੱਗ ਜਾਏਗੀ ਤੁਹਾਡੀ। ਇਸ ਕਰਕੇ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਕਾਫੀ ਲੰਮਾ ਸਮਾਂ ਲੰਘ ਗਿਆ। ਭਾਈ ਪੁਰਾਣੇ ਤੇ ਭਾਈ ਪੈੜੇ ਮੋਖੇ ਨੇ ਸ਼ੇਰ ਦਾ ਰੂਪ ਧਾਰਨ ਕਰਕੇ ਡਰਾਇਆ ਵੀ, ਕਿਉਂਕਿ ਆਪਣੀ ਵਿਚਾਰ ਹੋਏ ਭਾਵਨੀ ਭਗਤ ਪਾਏ, ਕੌਡੀ ਅਗਰ ਭਾਗ ਰੱਖ। ਮਹਾਂਪੁਰਸ਼ਾਂ ਨੇ ਕੱਲ ਇਹ ਸ਼ੁਰੂ ਕੀਤੀ ਸੀ। ਫਿਰ ਇਹਨੇ ਜਹਾਂਗੀਰ ਨੇ ਆਪਣੇ ਜੋਤਸ਼ੀ ਬੁਲਾਏ, ਉਹਨਾਂ ਨੂੰ ਕਹਿਣ ਲੱਗਾ ਡਰ ਬੜਾ ਆਉਂਦਾ ਹੈ, ਸ਼ੇਰ ਡਰਾਉਂਦੇ ਨੇ। ਥੋੜੇ ਧਾਗੇ ਤਬੀਦ ਜੇ ਬੰਨ ਦਿੱਤੇ, ਪਰ ਗੁਰੂ ਦੇ ਸਿੰਘਾਂ ਅੱਗੇ ਧਾਗੇ ਤਬੀਦ ਕੀ ਕਰਦੇ ਆ। ਮਹਾਂਪੁਰਸ਼ ਕਹਿੰਦੇ ਹੁੰਦੇ ਸੀ, ਸੰਤ ਬਾਬਾ ਸੁਖਦੇਵ ਸਿੰਘ ਜੀ ਕਹਿੰਦੇ, ਜਿਹੜਾ ਰੋਜ਼ ਜਪਜੀ ਸਾਹਿਬ ਦਾ ਪਾਠ ਤੇ ਪਹਿਲੀ ਪੌੜੀ ਦਾ ਨਿਤਨੇਮ ਰੋਜ਼ ਅੱਧਾ ਘੰਟਾ ਕਰਦਾ ਨਾ, ਭਾਵੇਂ ਮੜੀਆਂ 'ਚ ਬੈਠਾ ਰਹੇ, ਉਹਦੇ ਤੱਤੀ ਵਾਹ ਨਹੀਂ ਲੱਗ ਸਕਦੀ। ਨਾਮ ਵਿੱਚ ਏਡੀ ਵੱਡੀ ਤਾਕਤ ਹੈ। ਫਿਰ ਜਿਹੜਾ ਗੁਰੂ ਆਪ ਸਮਰੱਥ ਹੈ, ਕੌਣ ਡੱਕੇਗਾ? ਧਾਗੇ ਤਬੀਤ ਉੱਥੇ ਕੀ ਕਰਨਗੇ? ਬੜਾ ਯਤਨ ਕੀਤਾ, ਪਰ ਦੂਜੇ ਦਿਨ ਫੇਰ ਉਸੇ ਤਰ੍ਹਾਂ ਹੀ ਹੋਇਆ। ਕਹਿਣ ਲੱਗਾ ਜਾਓ ਉਹਨਾਂ ਨੂੰ ਕਹੋ ਵੀ ਚਲੇ ਜਾਣ। ਪਰ ਸੱਚੇ ਪਾਤਸ਼ਾਹ ਕਹਿੰਦੇ ਜਿੰਨਾ ਚਿਰ ਇੱਥੇ ਰਹਿਣ ਵਾਲੇ ਨਹੀਂ ਜਾਂਦੇ, ਉਹਨਾਂ ਚਿਰ ਮੈਂ ਵੀ ਨਹੀਂ ਜਾਂਦਾ। ਛੱਡਣਾ ਪਿਆ ਜਹਾਂਗੀਰ ਬਾਦਸ਼ਾਹ। ਜਹਾਂਗੀਰ ਬਾਦਸ਼ਾਹ ਦੇ ਦਰਬਾਰ ਵਿੱਚ ਮਹਾਰਾਜ ਆਏ ਤੇ ਸੱਚੇ ਪਾਤਸ਼ਾਹ ਦੇ ਹੱਥ ਵਿੱਚ ਇੱਕ ਮੋਤੀਆਂ ਦੀ ਮਾਲਾ ਫੜੀ ਹੈ। ਮਹਾਰਾਜ ਨੂੰ ਬੇਨਤੀ ਕੀਤੀ ਜਹਾਂਗੀਰ ਬਾਦਸ਼ਾਹ ਨੇ, ਕਹਿੰਦਾ ਮਹਾਰਾਜ ਇੱਕ ਮਣਕਾ ਦੇ ਦਿਓ, ਮੈਂ ਮੇਰੂ ਬਣਾ ਲੂੰਗਾ ਮਾਲਾ ਦਾ। ਮਹਾਰਾਜ ਕਹਿੰਦੇ ਇੱਕ ਮਣਕੇ ਦੀ ਕਿਹੜੀ ਗੱਲ ਹੈ, ਮੇਰੇ ਗੁਰੂ ਪਿਤਾ ਦੀ 108 ਮਣਕਿਆਂ ਦੀ ਮਾਲਾ ਚੰਦੂ ਦੇ ਘਰ ਪਈ, ਉਹ ਮੰਗਵਾ ਲੈ। ਸਾਰੀ ਗੱਲ ਪਤਾ ਲੱਗ ਗਿਆ ਵੀ ਕੀ ਹੋਇਆ। ਭਾਵੇਂ ਜਹਾਂਗੀਰ ਨੂੰ ਪਤਾ ਹੈ ਸਾਰੀ ਗੱਲ ਦਾ, ਮੁਨਕਰ ਨਹੀਂ ਹੋ ਸਕਦਾ ਹੈ ਵੀ ਜਹਾਂਗੀਰ ਨੂੰ ਪਤਾ ਹੀ ਨਹੀਂ ਸੀ ਇਹ ਗੱਲਾਂ ਦਾ, ਪਤਾ ਸੀ ਸਾਰਾ। ਮਹਾਰਾਜ ਕਹਿੰਦੇ ਸਾਡਾ ਦੋਸ਼ੀ ਹੈ। ਡਰਦਾ ਹੋਇਆ ਚੰਦੂ ਨੂੰ ਫੜਾ ਦਿੱਤਾ। ਨੱਕ ਵਿੱਚ ਨੱਥ ਪਾ ਮਾਰ ਲਈ ਭਾਈ ਵਿਧੀ ਚੰਦ ਨੇ, ਜਿਹਨੇ ਦੇਖਿਆ ਸੀ ਸਾਰਾ ਕੁਝ, ਤੇ ਜੁੱਤੀਆਂ ਮਾਰ ਮਾਰ ਕੇ ਅੰਤ ਕਰ ਦਿੱਤਾ ਉਸ ਚੰਦੂ ਦਾ। ਮਹਾਰਾਜ ਚੱਲਣ ਲੱਗੇ, ਇਹ ਆਗਰੇ ਤੱਕ ਗਿਆ ਨਾਲ ਜਹਾਂਗੀਰ ਬਾਦਸ਼ਾਹ। ਇੱਥੇ ਇੱਕ ਘਾਈਆ ਸਿੱਖ ਰਹਿੰਦਾ ਸੱਚੇ ਪਾਤਸ਼ਾਹ ਦਾ, ਬੜਾ ਗਰੀਬ ਹੈ ਪਰ ਸਿਦਕੀ ਹੈ, ਸੰਤੋਖੀ ਹੈ। ਅੱਜ ਸਾਰਾ ਕੁਝ ਹੁੰਦਿਆਂ ਸੰਤੋਖ ਨਹੀਂ ਹੈ। ਘਰ ਵੀ ਪੱਕੇ ਨੇ, ਗੱਡੀਆਂ ਵੀ ਖੜੀਆਂ ਨੇ, ਸਾਰੇ ਸੁੱਖ ਵੀ ਨੇ, ਮਨ ਵੇਖ ਲਓ ਫੇਰ ਭੁੱਜਦਾ ਰਹਿੰਦਾ ਹਰ ਟਾਈਮ। ਹੈ ਸ਼ਾਂਤੀ ਕਿਸੇ ਨੂੰ? ਪਹਿਲਾਂ ਵੱਡੇ ਵੱਡੇ ਮਹਾਂਪੁਰਸ਼ ਕਹਿੰਦੇ ਹੁੰਦੇ ਨੇ ਵੀ ਵੱਡੇ ਵੱਡੇ ਟੱਬਰ ਹੁੰਦੇ ਸੀ, ਉਦੋਂ ਵੀ ਸੁਖੀ ਸੀ। ਅੱਜ ਕੱਲਾ ਕੱਲਾ ਤੇ ਰੋਂਦੇ ਫੇਰ ਫਿਰੀ ਜਾਂਦੇ ਆ ਵੀ ਸ਼ਾਂਤੀ ਨਹੀਂ ਹੈ ਜੀ, ਸੁੱਖ ਨਹੀਂ ਹੈ। ਤੇ ਮਹਾਰਾਜ ਕਹਿੰਦੇ ਸੁੱਖ ਆਉਣਾ ਕਦੋਂ ਹੈ? ਜਦੋਂ ਤੇਰੇ ਅੰਦਰ ਸੰਤੋਖ ਪੈਦਾ ਹੋ ਜਾਏਗਾ। ਬਿਨਾਂ ਸੰਤੋਖ ਨਹੀਂ ਕੋਈ ਰਾਜੈ, ਸੁਫਨ ਮਨੋਰਥ ਬਿਰਥੈ ਸਭ ਕਾਜੈ। ਪਦਾਰਥਾਂ ਨਾਲ ਨਹੀਂ ਰੱਜਿਆ ਜਾਣਾ। ਅੱਗ ਕਦੇ ਰੱਜਦੀ ਹੈ? ਸੁੱਕੀਆਂ ਲੱਕੜਾਂ ਢੇਰਾਂ ਦੇ ਢੇਰ ਸੁੱਟੀ ਜਾਓ, ਤੁਸੀਂ ਕਹੋਗੇ ਅੱਗ ਬੁੱਝ ਜੇਗੀ। ਨਹੀਂ, ਜਿੰਨੀਆਂ ਲੱਕੜਾਂ ਸਿੱਟੋਗੇ ਉਨੀ ਹੋਰ ਮੱਚੇਗੀ। ਇਸੇ ਤਰ੍ਹਾਂ ਇਹ ਪਦਾਰਥਾਂ ਨਾਲ ਮਨ ਰੱਜਦਾ ਨਹੀਂ ਹੈ।
जिन्ने पदार्थ हो ही जाणगे, होर बिगड़ी जाएगा काम। इनू पता लग्या भी इत्थे सच्चे पातशाह आए ने। जहांगीर ने सवाल भी किया सी, महाराज तुहानू सच्चे पातशाह क्यों कहते हैं? उहदा भी जवाब देना महाराज ने। सिख नू पता लग्या घोड़ सवारी करते ने, घोड़े वास्ते वधिया तिड़ां तोड़ के घाह दियां वधिया वधिया एक पंड बना लई ते एक टका भेटा करन वास्ते सच्चे पातशाह दी लैके घाह ते टका उत्थे पहुंचा। पर अगे जहांगीर बादशाह दा तंबू है। पुछया मैं सच्चे पातशाह दे दर्शन करने, नंदर भेज दिता। पहला तो चेहरा देख के मन च अनुमान लग गया भी ये सच्चे पातशाह नहीं हो सकते, जेदा चेहरा ही चिंता नाल खराब होया होया, सच्चे पातशाह का चेहरा तो नहीं हो सकता। पर टका रख के बेनती की भी मैं कुछ नहीं चाहता, कृपा करके मेरा जन्म मरण कट दो। जहांगीर बादशाह उठ के खड़ा हो गया, सिखा मैनू तो अपना ही नहीं पता मैं कि नरकां नूं जाना कि सुरगां नूं। फिर जे दात लैनी है उन्हां दा तंबू फिर अगे अपना टका चुक लिया। जहांगीर बादशाह कहंदा माया लै जा सोने दी मोहरां, टका रख दे। कहंदा नहीं, मेरा गुरु किसी पाप की कमाई नाल खुश नहीं हुंदा, वो तो प्रेमा भगती नाल एक टका लैके खुश हो जाता है। पाप की कमाई कोई पापां दी कट्ठी करके करोड़ रुपया भी दान कर दे, उहदे ते गुरु की खुशी नहीं है। गुरु माया का भुखा नहीं है, प्रेम का भुखा है। साच कहो सुन लियो, सबै जिन प्रेम कियो तिन ही प्रभ पायो। पदार्थ आपां मंग मंग के लेने, आपां की दे सकते हैं रब। टका चक लिया, हुण उत्थे पहुंच गया सच्चे पातशाह दे दरबार विच। महाराज बैठे, टका रखिया, घाह दी पंड परा रख के टका रख के चरनां च पै के डंडौत की। कर साधु अंजलि पुन वड्डा है, कर डंडौत पुन वड्डा है। डंडेवत पै के मत्था टेकिया, उठ के खड़ा होया, हाथ जुड़े ने, गल च पल्ले, नेत्र नीवे ने। ते सच्चे पातशाह अपने नेत्र उपर नूं करके पुछदे, सिखा की चाहिदा है? धन माया पदार्थ राज भाग जो मंगेगा गुरु नानक दे घर चों मिल जाएगा। पर सिख ने मंग की रखी, नाले गरीब है, किरत करके रोज दी रोटी मसां प्राप्त हुंदी है। पर जदों सच्चे पातशाह ने पूछया, फिर दोए हाथ जोड़ के बेनती करता है, जी मैं बौड़ जन्म ना आवा, एहो मेरी बेनती गुरा, बौड़ जन्म ना मैं आवा, एहो मेरी बेनती गुरा। बौड़ जन्म ना मैं आवा, एहो मेरी बेनती गुरा।
अंदर घट ही तीरथ नाम। एक शब्द मेरे प्राण भक्त है, बहुत जन्म न आवा। दोए हथ जोड़ के बेनती की सच्चे पातशाह, जिस वास्ते मनुखा जन्म प्राप्त होया, किरपा करके बस वो दात दे दे। मेरा जन्म मरण कट दिओ, मैं कुछ नहीं चाहता, तुहाडा दिता बड़ा कुछ है। जे साडे वर्गा हुंदा उन्हें कहना सी असीं की लैणा इहो जी दात। महाराज के राज भाग बख्श दिओ, बस यही चाहुंदे आ। पर सिख सी प्रेम वाला, सिदकी मंगिया ते सिर्फ यही भी सच्चे पातशाह मैं मुड़ के जन्म मरण च नहीं आउणा, क्योंकि बड़ा वड्डा दुख है जन्म मरण विच। दुख सवाया बहुत वड्डा दुख है जम्मण ते मरण दा, किरपा कर दिओ। जहांगीर बादशाह भी पिछा खड़ा सुनदा है। महाराज ने कोल बुलाया, सिर ते हथ रखे, समरथ गुरु सिर हाथ धरियो, गुर कीनी किरपा हर नाम दे। मेहर दा हथ रखिया, सतगुर वड्डा कर सा लाही है, जिस विच वड्डियां वड्याइयां सह मेले तां नदरी आईयां। जां तिस भाना तां मन वसाइयां, कर हुक्म मस्तक हथ धर विचों, मार कड्डियां बुराइयां सह तुठै नौ निध पाई। अज्ञानता दा हनेरा कट के ज्ञान दा सूरज बाल दिता, अपने आपे दा ज्ञान करा दिता। जिदे वास्ते आया सी मन तू जोत स्वरूप है, अपना मूल पछाण, अपने उस मूल दी पछाण करवा दी, मुक्त कर दिता। सिखा हुण दिहाड़ी नहीं करनी, गुरु का लंगर चलाओ, तुहाडा लंगर चलेगा। जहांगीर बादशाह आ गया। जहांगीर तू एक दिन पूछया सी सच्चे पातशाह क्यों कहंदे ने तुहानू? कहंदा हाँ महाराज, पता नहीं लग्या। नहीं महाराज, ये सिख तेरे कोल गया सी? हाँ महाराज, मेरे कोल ही गया। पहला की मंगदा सी? महाराज मुक्ति दी दात मंगदा सी। फिर दे देनी सी? महाराज मैनू ते अपने ही नहीं पता है किहड़े नरकां नूं जाना है। कहंदे इसे करके गुरु नानक दे घर नूं सच्चे पातशाह कहंदे है, क्योंकि सिख नूं सच्ची दात दिंदे है, जन्म मरण तो रहत कर दिंदे है। जिहड़ा एक कौडी भी एक टका टेकिया सी मत्था ते पहले दिन आया। कल महापुरुष भी यही विचार करते सी कि ये नहीं भी अज पहले दिन आया ते अज पहले दिन ही किरपा हो गई। कईयां दी सारी जिंदगी लंघ जाती है, किरपा नहीं हुंदी। साध संगत जी, इहदे च साडी घाट है, साडा मन ही नहीं बनिया। जिदन मन बन गया ना, गुरु वालों तो घाट नहीं है। गुरु तो हर वेले नाम दा लाल रंग अपने हाथ विच लैके बैठा है। लाल रंग कोई आवे तो सही, इहो जिहा रंग चाढ़ांगा जिहड़ा चरखड़ियां ते चढ़ के भी लथेगा नहीं। लाल रंग तिसको लागा, जिसके वड भागा मैला कदे ना होवई, न लागै दागा। जिन्हां ते चढ़िया फिर साध संगत जी आरिया नाल चीर दिते गए, देगां चों बाले गए, जंडा नाल बन के जूंदे साड़ दिते गए, पर सी नहीं उचारिया, वाहिगुरु मुखों निकले। मौजूदा समय दे विच भी है सन कुछ प्यारे, बड़ा तसद्दद होया, पर मुख दे विचों केवल ते केवल एक वाहिगुरु तो बिना होर कोई चीज ही नहीं निकली, क्योंकि वाहिगुरु नूं समर्पित सन। सो सच्चे पातशाह ने बड़ी कृपा की, मेहर की, दया की है। पिंड फैजगढ़ की संगत उत्ते, इलाका निवासियों उत्ते 3 दिनों का समा महापुरुषों वालों, जहदार संत बाबा कश्मीरा सिंह जी वालों आप जी नूं प्राप्त होया। संगत नूं पता है डबल दीवान चलते ने। अज बड़ौद लास्ट सी, महापुरुष उत्थे गए हुए पानीपत दे कोल। कल दा एक दीवान रहिंदा है। महापुरुष आप जी दे दर्शन करने वास्ते, गुरु दे दर्शन करने वास्ते आउणगे। जिन्नियां भी संगतां आप जी आए हो, सारियां ने आप भी आउणा है, होरनां नूं प्रेर के लिया के गुरु दी संगत कराउणी है ते खंडे बाटे दा अंमृत छकना है। गुरु वाले बनो, नाम जपो, वंड छको, सरबत दा भला मंगो, इसे विच ही साडी कामयाबी है।
ਜਦੋਂ ਇਹ ਕੰਮ ਕਰਨ ਲੱਗ ਜਾਾਂਗੇ ਨਾ, ਨਾ ਕਿਰਤ ਕਰਾਂਗੇ, ਨਾਮ ਜਪਾਂਗੇ ਤੇ ਵੰਡ ਛਕਾਂਗੇ, ਫਿਰ ਸੱਚੇ ਪਾਤਸ਼ਾਹ ਨੇ ਲੋਕ ਵੀ ਸੁਖੀਆ ਕਰ ਦੇਣਾ ਤੇ ਪਰਲੋਕ ਵੀ ਸਹੇਲਾ ਕਰ ਦੇਣਾ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਸਵਾਓ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਰੋੜਾਂ ਵਾਰੀ, ਜਿਨ੍ਹਾਂ ਨੇ ਕਿਰਪਾ ਕਰਕੇ ਆਪਣੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਸਮਾਂ ਬਖਸ਼ਿਆ। ਗੁਰੂ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਠੰਡ ਦੀ ਨਾ ਪਰਵਾਜ ਤਾਂ ਚਲੋ ਸੱਚੇ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ, ਪ੍ਰੇਰ ਕੇ ਮਨ ਨੂੰ ਗੁਰੂ ਦੇ ਚਰਨਾਂ ਵਿੱਚ ਲੈ ਕੇ ਆਏ ਹੋ। ਸਾਰੀਆਂ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ, ਜਿਨ੍ਹਾਂ ਨੇ ਉਦਮ ਕੀਤਾ ਹੈ। ਕੋਈ ਗੁਰੂ ਵਾਲਾ ਬਣ ਕੇ ਨਾਮ ਜਪਣ ਲੱਗ ਜਾਏ, ਇਦੋਂ ਵੱਡੀ ਕੋਈ ਗੱਲ ਹੋਰ ਨਹੀਂ ਹੋ ਸਕਦੀ। ਸੋ 6 ਪੌੜੀਆਂ ਆਨੰਦ ਸਾਹਿਬ ਦਾ ਕੀਰਤਨ 2 ਹਿੱਸਿਆਂ ਵਿੱਚ ਆਪ ਜੀ ਨੇ ਸਾਰਿਆਂ ਨੇ ਰਲ ਮਿਲ ਕੇ ਕਰਨਾ ਹੈ। ਉਸ ਤੋਂ ਬਾਅਦ ਫਿਰ ਅਰਦਾਸ ਬੇਨਤੀ ਜੋਦੜੀ ਕਰਨੀ ਹੈ ਸੱਚੇ ਪਾਤਸ਼ਾਹ ਦੇ ਚਰਨਾਂ 'ਚ। ਫਿਰ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਸਰਵਣ ਕਰਨਾ ਹੈ। ਫਿਰ ਮਹਾਰਾਜ ਆਪਣੇ ਨਿੱਜੀ ਅਸਥਾਨ ਨੂੰ ਜਾਣਗੇ। ਉਸ ਤੋਂ ਬਾਅਦ ਸਾਰੀਆਂ ਨੇ ਸੰਗਤਾਂ ਨੇ ਗੁਰੂ ਕਾ ਲੰਗਰ ਛਕ ਕੇ ਸੇਵਾ ਤੇ ਸਿਮਰਨ ਗੁਰੂ ਦੀਆਂ ਖੁਸ਼ੀਆਂ ਲੈ ਕੇ ਫਿਰ ਆਪਣੇ ਘਰਾਂ ਨੂੰ ਚਾਲੇ ਪਾਉਣੇ ਹਨ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਹਰ ਨਾਲ ਰਹੋ ਤੂੰ ਮਨ, ਮੇਰੇ ਦੁੱਖ ਸਭ ਵਿਸਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ, ਸਾਚਾ ਨਾਮ ਮੇਰਾ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੰਤੋ ਸ਼ਬਦ ਧਰੋ ਪਿਆਰੋ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ। ਤੁਰ ਕਰਮ ਪਾਇਆ ਤੁਧ ਜਨ ਕੋ, ਸੇ ਨਾਮ ਹਰਿ ਕੈ ਲਾਗੇ। ਅਣਦ ਸੁਨੋ ਵੱਡ ਭਾਗੀਓ, ਸਗਲ ਮਨੋਰਥ ਪੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੁਣਤੇ ਪਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਪਵਨ ਗੁਰੂ ਪਾਣੀ
ਪਿਤਾ ਮਾਤਾ ਧਰਤ ਮਹਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ।